ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਹੋ ਚੈਨਲ ਸਾਂਝਾ ਪੰਜਾਬ ਦੇ ਨਾਲ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਰਵੀ ਮਨਹਾਸ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਚਰਚਾ ਲੈ ਕੇ। ਅੱਜ ਦਾ ਵਿਸ਼ਾ ਕੁਝ ਸਾਡੇ ਕੋਲੇ ਡਿਫਰੈਂਟ ਜਿਹਾ ਆ। ਜਿੱਦਾਂ ਕਿ ਸਮਟਾਈਮ ਅਸੀਂ ਦੇਖਿਆ ਆ ਕਿ ਅਸੀਂ ਆਪਣੇ ਕੁਝ ਗੋਲ ਸੈੱਟ ਕਰ ਲੈਂਦੇ ਹਾਂ, ਰਾਈਟ। ਅਤੇ ਜਦੋਂ ਆਪਾਂ ਸੈੱਟ ਕਰਦੇ ਹਾਂ ਕੁਛ ਉਦੋਂ ਸਾਡੇ ਕੁਝ ਐਨਰਜੀ ਹੁੰਦੀ ਆ ਉਹਨਾਂ ਨੂੰ ਅਚੀਵ ਕਰਨ ਲਈ ਅਤੇ ਅਸੀਂ ਆਪਣੇ ਪੂਰੇ ਐਫਰਟਸ ਲਗਾ ਦਿੰਦੇ ਹਾਂ ਕਿ ਹਾਂ ਅਸੀਂ ਕਰਾਂਗੇ। ਪਰ ਥੋੜ੍ਹੇ ਟਾਈਮ ਤੋਂ ਬਾਅਦ ਅਸੀਂ ਦੇਖਿਆ ਆ ਕਿ ਸਾਡੀ ਜਿਹੜਾ ਪੈਸ਼ਨ ਆ ਸਾਡੇ ਗੋਲ ਨੂੰ ਲੈ ਕੇ ਜਾਂ ਸਾਡੇ ਟਾਰਗੇਟਸ ਨੂੰ ਲੈ ਕੇ ਉਹ ਥੋੜ੍ਹਾ ਥੋੜ੍ਹਾ ਘਟਦਾ ਜਾਂਦਾ ਅਤੇ ਅਲਟੀਮੇਟਲੀ ਅਸੀਂ ਆਪਣੇ ਰਾਹ ਤੋਂ ਥੋੜ੍ਹਾ ਦੂਰ ਹੋ ਜਾਂਦੇ ਹਾਂ ਅਤੇ ਸਾਡਾ ਗੋਲ ਕਿਤੇ ਵਿੱਚ ਹੀ ਖੋ ਜਾਂਦਾ। ਅਕਸਰ ਦੇਖਿਆ ਗਿਆ ਹੈ, ਇੱਕ ਛੋਟਾ ਜਿਹਾ ਡਾਟਾ ਆਇਆ ਮੇਰੇ ਕੋਲ ਕਿ ਜਿਹੜੇ ਨਿਊ ਈਅਰ 'ਤੇ ਅਸੀਂ ਆਪਣੇ ਗੋਲ ਬਣਾ ਲੈਂਦੇ ਹਾਂ, ਰਾਈਟ। ਤਾਂ ਜਨਵਰੀ ਦੇ ਮੰਥ 'ਚ ਤਾਂ ਉਹ ਪੂਰੀ ਐਨਰਜੀ ਨਾਲ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਾਂ ਕਿ ਅਸੀਂ ਇਹਨਾਂ ਨੂੰ ਪੂਰਾ ਕਰਨਾ ਹੀ ਕਰਨਾ ਹੈ। ਪਰ ਸਲੋਲੀ ਲਾਈਕ ਫੈਬਰਰੀ, ਮਾਰਚ, ਅਪ੍ਰੈਲ ਤੱਕ ਪਹੁੰਚਦੇ ਉਹ ਕਿਤੇ ਨਾ ਕਿਤੇ ਥੋੜ੍ਹੇ ਨੀਚੇ ਨੂੰ ਆਉਣ ਲੱਗ ਜਾਂਦੇ ਨੇ, ਜਿਨ੍ਹਾਂ ਦਾ ਇੱਕ ਖਾਸ ਐਗਜ਼ਾਮਪਲ ਸਾਡੇ ਜਿੰਮ ਵਾਲਿਆਂ ਨੇ ਸਾਨੂੰ ਦਿੱਤਾ ਕਿ ਚੜ੍ਹੇ ਸਾਲ 'ਚ ਜਿੰਮ ਦਾ ਟਾਰਗੇਟ ਲੈ ਕੇ, ਫਿਟਨੈਸ ਦਾ ਟਾਰਗੇਟ ਲੈ ਕੇ ਲੋਕ ਬੜੇ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਆ ਕਿ ਮੈਂ ਆਪਣਾ ਹੁਣ ਫਿਟਨੈਸ ਨੂੰ ਕਾਇਮ ਰੱਖਣਾ ਆ, ਮੇਰੇ ਜਿਹੜੇ ਵੇਟ ਨੂੰ ਲੈ ਕੇ, ਮੇਰੀ ਬਾਡੀ ਨੂੰ ਲੈ ਕੇ, ਜਿਹੜੇ ਮੇਨਟੇਨੈਂਸ ਨੂੰ ਲੈ ਕੇ ਟਾਰਗੇਟ ਨੇ ਮੈਂ ਉਹਨਾਂ ਨੂੰ ਪੂਰਾ ਕਰਨਾ। ਅਤੇ ਜਨਵਰੀ 'ਚ ਉਹ ਖੂਬ ਜੰਮ ਜਾਂਦੇ ਨੇ ਅਤੇ ਜਿੰਮ ਵਾਲੇ ਕਹਿੰਦੇ ਆ ਕਿ ਜਨਵਰੀ ਦੇ ਵਿੱਚ ਉਹਨਾਂ ਕੋਲ ਪੂਰੀ ਪ੍ਰੈਜ਼ੈਂਸ ਹੁੰਦੀ ਆ, ਲਾਈਕ ਓਵਰ ਕਰਾਊਡਡ ਹੁੰਦੇ ਨੇ ਜਿੰਮ, ਅਤੇ ਹੌਲੀ ਹੌਲੀ ਇਹ ਘਟਦੇ ਜਾਂਦੇ ਨੇ। ਸੋ ਤੁਸੀਂ ਤੁਹਾਡੇ ਨਾਲ ਵੀ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਹੀ ਹੋਏਗਾ। ਅਤੇ ਅਸੀਂ ਅੱਜ ਡਿਸਕਸ ਇਹ ਕਰਨਾ ਹੈ ਕਿ ਆਖਿਰ ਇਹ ਜਿਹੜੇ ਗੋਲ ਨੇ ਇਹ ਟਾਈਮ ਦੇ ਪੀਰੀਅਡ ਦੇ ਨਾਲ ਢਿੱਲੇ ਕਿਉਂ ਪੈ ਜਾਂਦੇ ਹਾਂ ਅਸੀਂ ਇਹਨਾਂ ਉੱਤੇ ਅਸੀਂ ਸਾਡੀ ਪਕੜ ਟਾਈਮ ਦੇ ਨਾਲ ਆਖਿਰ ਖੋ ਕਿਉਂ ਜਾਂਦੀ ਹੈ। ਸੋ ਇਸੇ ਹੀ ਮੁੱਦੇ 'ਤੇ ਡਿਸਕਸ ਕਰਨ ਲਈ ਸਾਡੇ ਅੱਜ ਸਟੂਡੀਓ ਦੇ ਵਿੱਚ ਸਾਡੇ ਮੈਂਟਰ ਮਿਸਟਰ ਦੇਵ ਕਪਿਲ ਆਏ ਹੋਏ ਨੇ, ਜਿਨ੍ਹਾਂ ਤੁਸੀਂ ਆਲਰੇਡੀ ਜਾਣਦੇ ਹੋ ਕਿ ਉਹ ਸਾਡੀ ਕਮਿਊਨਿਟੀ ਦੀ ਕਿੰਨੀ ਸੇਵਾ ਕਰਦੇ ਨੇ, ਕਿੰਨੇ ਉਹਨਾਂ ਨੂੰ ਆਪਣੀ ਕਹਿ ਲਓ ਕਿ ਆਪਣੇ ਵਿਚਾਰਾਂ ਦੇ ਨਾਲ ਆਪਣੀ ਜਿੰਨੀਆਂ ਵੀ ਉਹਨਾਂ ਦੀਆਂ ਫਾਈਨੈਂਸ਼ੀਅਲ ਸਰਵਿਸਿਜ਼ ਨੇ ਜਾਂ ਉਹਨਾਂ ਦੀਆਂ ਰੀਅਲ ਐਸਟੇਟ ਨੂੰ ਲੈ ਕੇ ਸਰਵਿਸਿਜ਼ ਨੇ, ਉਹਨਾਂ ਨਾਲ ਕਾਫੀ ਕਮਿਊਨਿਟੀ ਨੂੰ ਸੇਵਾ ਕਰਦੇ ਰਹਿੰਦੇ ਨੇ ਅਤੇ ਟਾਈਮ ਟੂ ਟਾਈਮ ਉਹ ਉਹਨਾਂ ਨੂੰ ਮੈਂਟਰ ਵੀ ਕਰਦੇ ਨੇ। ਆਓ ਦੇਵ ਜੀ ਦਾ ਸਵਾਗਤ ਕਰਦੇ ਹਾਂ ਅਤੇ ਕੁਝ ਹੋਰ ਡਿਸਕਸ ਕਰਦੇ ਹਾਂ ਇਸ ਟੌਪਿਕ 'ਤੇ। Dev ji, hello, how are you? I'm wonderful, thank you. Ravi ji, how are you? I am good. So how Hello your to day everyone. going? Sorry? Din ਕਿੱਦਾਂ ਦਾ ਜਾ ਰਿਹਾ ਤੁਹਾਡਾ? Can you hear me properly? I can hear you. There's a bit of a delay, but I can hear you properly, yes. Oh, okay. Din is going beautifully. That's good. That's good. That's the spirit. Brampton change ਇੰਨੇ ਸੋਹਣੇ ਸ਼ਹਿਰ 'ਚ, ਇੰਨੇ ਸੋਹਣੀ ਕੰਟਰੀ 'ਚ ਹੈ, ਦਿਨ ਤਾਂ ਆਪੇ ਚੰਗਾ ਨਿਕਲਣਾ। Exactly. Yeah, we are proud ਕਿ ਆਪਾਂ ਕੈਨੇਡੀਅਨ ਹੈ ਐਂਡ ਮੋਰ ਓਵਰ ਬਰੈਂਪਟਨ 'ਚ ਆ। ਸੋ ਐਬਸੋਲੂਟਲੀ ਯਾ। ਅਤੇ ਦੇਵ ਜੀ ਗੱਲ ਆਪਣਾ ਜਿਹੜਾ ਦਾ ਮੇਨ ਟੌਪਿਕ ਹੈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਥੋੜ੍ਹਾ ਜਿਹਾ ਨਾ ਜਿਵੇਂ ਹੁਣ ਸਕੂਲ ਵੀ ਖੁੱਲ੍ਹ ਗਏ ਨੇ, ਬੱਚੇ ਆਪਣੇ ਸਕੂਲ ਜਾ ਰਹੇ ਨੇ, ਕੋਵਿਡ ਨੂੰ ਲੈ ਕੇ ਥੋੜ੍ਹਾ ਜਿਹਾ ਕਿੱਦਾਂ ਦਾ ਮਾਹੌਲ ਜਿਹਾ ਹੈਗਾ ਤੁਹਾਡੇ ਸੁਣਨ ਵਿੱਚ ਆਇਆ? ਆਪਣੀ ਫੈਮਲੀਆਂ ਨੂੰ ਥੋੜ੍ਹਾ ਜਿਹਾ ਬੈਲਟ ਕੱਸਣੀ ਪੈਣੀ ਹੈ। We have to be a little bit more careful ਕਿਉਂਕਿ ਆਪਾਂ ਥੋੜ੍ਹਾ ਜਿਹਾ ਲਾਪਰਵਾਹ ਹੈਗੇ ਆਪਾਂ, ਕਿਉਂਕਿ ਆਪਾਂ we are social animals, you know, we want to get together with people, we want to enjoy. ਉਹਦੇ ਕਰਕੇ ਨਾ COVID does not go well with it. ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮਾਸਕ ਵਗੈਰਾ, ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ। We have to, especially ਆਪਣੀ ਇੰਡੀਅਨ ਫੈਮਲੀਆਂ, ਕਿਉਂਕਿ ਸਾਡੇ ਘਰਾਂ ਦੇ ਵਿੱਚ ਨਾ there is more than one family living together. Yeah. So it becomes a huge problem sometimes. Yeah, we are multi-generation. ਪੋਤੇ ਨੇ, ਗਾਹਾਂ ਦਾਦੇ ਦਾਦੀਆਂ, ਮਾਂ ਬਾਪ। ਪੋਤਾ, ਬਿਲਕੁਲ। Yes. ਐਂਡ ਮੋਰ ਓਵਰ ਇੱਕ ਰੀਜ਼ਨ ਹੋਰ ਵੀ ਹੈਗਾ ਸਾਡੀ ਬਰੈਂਪਟਨ ਕਮਿਊਨਿਟੀ ਦੇ ਵਿੱਚ ਕਿ ਸਾਡੇ ਕਹਿ ਲਓ ਕਿ ਮੋਰ ਦੈਨ 50% ਜਿਹੜੇ ਨੇ ਉਹ ਡਰਾਈਵਰ ਨੇ ਹਾਈਵੇ ਦੇ, ਅਤੇ ਉਹ USA ਜਾਂਦੇ ਰਹਿੰਦੇ ਨੇ ਐਜ਼ ਕੰਪੇਅਰ ਟੂ ਅਦਰ ਕਮਿਊਨਿਟੀ। ਸੋ ਉਹ ਵੀ ਕੁਛ ਇੱਕ ਮੇਨ ਕਹਿ ਲਓ ਕਿ ਰੀਜ਼ਨ ਬਣਿਆ ਹੋਇਆ ਸਾਡੇ ਬਰੈਂਪਟਨ ਦੇ ਵਿੱਚ COVID-19 ਦੇ, ਜਿਹੜੇ ਕਹਿ ਲਓ ਕਿ ਕੇਸਿਸ ਡੇ ਬਾਈ ਡੇ ਵੱਧਦੇ ਜਾ ਰਹੇ ਨੇ। Like ਮੇਰੀ ਵੱਲੋਂ I don't think that's the much of a reason. ਮੇਨ ਰੀਜ਼ਨ ਇਹ ਹੈ ਕਿ ਜਦ ਅਸੀਂ ਗੱਲਬਾਤ ਕਰਦੇ ਹੈਗੇ, ਆਪਾਂ ਮਿਲਦੇ ਹਾਂ ਬੰਦਿਆਂ ਨੂੰ, ਉਦੋਂ ਨਾ ਫਿਰ ਉੱਥੋਂ ਜ਼ਿਆਦਾ ਟਰਾਂਸਫਰ ਹੁੰਦਾ ਹੈ, ਕਿਉਂਕਿ ਇਹ ਜਿਹੜਾ ਹੈਗਾ ਨਾ ਵਾਇਰਸ,
ਇਹ ਹਵਾ ਦੇ ਥਰੂ ਟ੍ਰਾਂਸਫਰ ਹੁੰਦਾ ਹੈ ਅੰਦਰ। ਤੇ ਜਦੋਂ ਅਸੀਂ ਲੋਕਾਂ ਨੂੰ ਮਿਲਦੇ ਹੈਗੇ, ਗੱਲਬਾਤ ਕਰਦੇ ਹੈਗੇ, ਉਦੋਂ ਇਹਦਾ ਇਫੈਕਟ ਜ਼ਿਆਦਾ ਪੈਂਦਾ ਹੈਗਾ ਬਜਾਏ ਕਿ ਦ ਵੇ ਅਰਾਊਂਡ। ਅੱਛਾ ਯਾ ਚਲੋ ਬਿਲਕੁਲ ਜੀ। ਜਿਵੇਂ ਕਿ ਦੇਵ ਜੀ ਨੇ ਕਿਹਾ ਕਿ ਸਾਨੂੰ ਬੀਇੰਗ ਐਜ਼ ਅ ਬ੍ਰੈਂਪਟੋਨੀਅਨ ਸਾਨੂੰ ਹੋਰ ਜ਼ਿਆਦਾ ਕੇਅਰਫੁਲ, ਹੋਰ ਜ਼ਿਆਦਾ ਕਹਿ ਲਓ ਕਿ ਪ੍ਰੀਕਾਸ਼ਨਸ ਲੈਣ ਦੀ ਜ਼ਰੂਰਤ ਹੈ। ਚਲੋ ਦੇਵ ਜੀ ਅੱਜ ਦੇ ਮੁੱਦੇ 'ਤੇ ਆਉਂਦੇ ਹਾਂ। ਜਿੱਦਾਂ ਕਿ ਮੈਂ ਥੋੜ੍ਹਾ ਜਿਹਾ ਬਰੀਫਲੀ ਦੱਸਿਆ ਹੈ ਕਿ ਅਸੀਂ ਆਪਣੇ ਗੋਲ 'ਤੇ ਸੈੱਟ ਕਰ ਲੈਂਦੇ ਹਾਂ, ਪਰ ਟਾਈਮ ਟੂ ਟਾਈਮ ਕਈ ਵਾਰੀ ਹੁੰਦਾ ਕਿ ਸਾਡੀ ਉਹਨਾਂ 'ਤੇ ਪਕੜ ਹੈ ਜਿਹੜੀ ਉਹ ਚਲੀ ਜਾਂਦੀ ਹੈ। ਸੋ ਉਹਦੇ ਬਾਰੇ ਤੁਸੀਂ ਸਾਨੂੰ ਕੁਝ ਦੱਸੋ। ਪਹਿਲਾਂ ਤਾਂ ਸਾਨੂੰ ਇੱਦਾਂ ਦੱਸੋ ਕਿ ਕੀ ਗੋਲ ਸੈੱਟ ਕਰਨੇ ਜ਼ਰੂਰੀ ਨੇ? ਐਕਚੁਅਲੀ ਮੈਂ ਥੋੜਾ ਜਿਹਾ ਇਹਦੇ ਪਿੱਛੇ ਜਾਊਂਗਾ। ਗੋਲ ਸੈੱਟ ਕਰਨਾ ਤਾਂ ਬਹੁਤ ਜ਼ਰੂਰੀ ਹੈ ਲਾਈਫ 'ਚ ਮੇਰੇ ਹਿਸਾਬ ਨਾਲ, ਮਗਰ ਜਿਹੜੇ ਗੋਲ ਅਸੀਂ ਸੈੱਟ ਕਰਦੇ ਆ ਨਾ, ਦੇ ਦੋ ਤਰੀਕੇ ਦੇ ਗੋਲ ਹੁੰਦੇ ਆ। ਇੱਕ ਤਾਂ ਅਸੀਂ ਹੁੰਦੇ ਆ ਗੋਲ ਕਰਦੇ ਆ ਸੈੱਟ ਬੇਸਡ ਔਨ ਵਾਟ ਦੁਨੀਆ ਵਾਂਟਸ ਅਸ ਟੂ ਡੂ। ਇੱਕ ਹੁੰਦਾ ਅਸੀਂ ਅੰਦਰੋਂ ਕੀ ਚਾਹੁੰਦੇ ਆ। ਜਦ ਦੁਨੀਆ ਵਾਸਤੇ ਅਸੀਂ ਲੋਕ ਗੋਲ ਕਰਦੇ ਆ, ਦੈਟਸ ਵਾਈ ਥੀਸ ਥਿੰਗਸ ਹੈਪਨ ਕਿ 2-3 ਮਹੀਨੇ ਅਸੀਂ ਕਰਦੇ ਆ ਫਿਰ ਛੱਡ ਦਿੰਦੇ ਆ ਕਿ ਕਿਸੇ ਦੁਨੀਆ ਨੂੰ ਦਿਖਾਉਣ ਵਾਸਤੇ ਕਰ ਰਹੇ ਜੋ ਕਰ ਰਹੇ ਆ। ਜਦ ਤੁਸੀਂ ਆਪਣੇ ਵਾਸਤੇ ਕਰਦੇ ਆ ਉਦੋਂ ਫਿਰ ਇਹ ਇਸ਼ੂ ਆਉਂਦੇ ਨਹੀਂ ਹੈਗੇ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਵੀ ਤੁਸੀਂ ਗੋਲ ਸੈੱਟ ਕਰ ਰਹੇ ਲਾਈਫ 'ਚ, ਭਾਵੇਂ ਫਾਈਨੈਂਸ਼ੀਅਲ ਗੋਲ ਹੋਵੇ, ਭਾਵੇਂ ਹੈਲਥ ਗੋਲਸ ਹੋਵੇ, ਫਿਟਨੈਸ ਦਾ ਗੋਲ ਹੈਗਾ, ਕੋਈ ਵੀ ਕਰੀਅਰ ਦਾ ਗੋਲ ਹੈਗਾ, whatever goal you choose, you have to be very very careful ਕਿ ਅੰਦਰੋਂ ਕੀ ਆ ਰਿਹਾ, ਮੇਰੀ ਆਤਮਾ ਕੀ ਕਹਿੰਦੀ ਹੈ, ਮੈਂ ਕੀ ਕਰਨਾ ਚਾਹੁੰਦਾ ਲਾਈਫ 'ਚ, ਉਹ ਹਿਸਾਬ ਨਾਲ ਗੋਲ ਸੈਟਿੰਗ ਹੋਵੇ, then you won't go wrong. The problem you normally face is ਕਿ ਬੰਦੇ ਕਹਿੰਦੇ ਆ ਯਾਰ ਦੂਜੇ ਦੀ ਗੱਡੀ ਦੇਖੀ ਬੜੀ ਸੋਹਣੀ ਗੱਡੀ ਹੈ, ਮੈਂ ਵੀ ਉਹਦੀ ਗੱਡੀ ਚਲਾਣੀ, ਮੇਰਾ ਗੋਲ ਹੈ ਮੈਂ ਤਾਂ ਗੱਡੀ ਆਹੀ ਖਰੀਦਣੀ ਹੈ। That's not a goal. Because that goal can actually mess you up more, ਕਿਉਂਕਿ it makes you feel ਆਪਣੇ ਆਪ ਨੂੰ ਨਾ, ਜਦ ਤੁਸੀਂ ਉਹ ਚੀਜ਼ ਅਚੀਵ ਨਹੀਂ ਕਰ ਸਕਦੇ ਫਿਰ ਤੁਹਾਨੂੰ ਫੀਲ ਹੁੰਦਾ ਹੈ ਕਿ ਤੁਸੀਂ ਇਨਕੰਪੀਟੈਂਟ ਹੈਗੇ, ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇ, ਤੁਸੀਂ ਫੇਲੀਅਰ ਹੈਗੇ। ਉਹਦੇ ਤੁਹਾਡਾ ਅੰਦਰੋਂ ਹੀ ਅੰਦਰੋਂ ਇਟ ਵਰਕਸ ਨੈਗੇਟਿਵਲੀ ਅਗੇਂਸਟ ਯੂ, ਤੇ ਅੱਗੇ ਵੀ ਵਧਣਾ ਹੋਰ ਔਖਾ ਹੋ ਜਾਂਦਾ ਹੈਗਾ। ਦੈਨ ਯੂ ਸਟਾਰਟ ਲੁਕਿੰਗ ਐਟ ਯੋਰਸੈਲਫ ਇਨ ਅ ਡਿਫਰੈਂਟ ਟੋਨ ਕਿ ਵੀ ਮੈਂ ਕੈਪੇਬਲ ਨਹੀਂ ਹੈਗਾ। ਤੇ ਉਹ ਬਹੁਤ ਹਾਰਮਫੁਲ ਹੈ ਸਾਡੇ ਵਾਸਤੇ ਚੀਜ਼, ਮੈਂਟਲੀ ਤੇ ਫਿਜ਼ੀਕਲੀ ਐਟ ਦ ਸੇਮ ਟਾਈਮ। ਕਿ ਮਾਈਂਡ ਜਦ ਤੁਹਾਡਾ ਉਦੋਂ ਫਿਰ ਲੋਕ ਤਾਂ ਹੀ ਤੁਸੀਂ ਲੋਕੀ ਦੇਖਦੇ ਹੋ ਲੋਕੀ ਡਿਪਰੈਸ਼ਨ ਵਗੈਰਾ ਚਲ ਜਾਂਦੇ ਆ। ਦੋਜ਼ ਆਰ ਦ ਰੀਜ਼ਨਸ ਇਜ਼ ਪਲੇਇੰਗ ਪਾਰਟ ਕਿ ਜਿਹੜੀ ਸਾਡੀ ਐਕਸਪੈਕਟੇਸ਼ਨਸ ਹੈ ਸਾਡੇ ਤੋਂ ਉਹ ਡਿਫਰੈਂਟ ਹੈ ਫਰੋਮ ਜੋ ਸਾਡਾ ਆਪਣਾ ਅੰਦਰੋਂ ਦਿਲੋਂ ਚਾਹੁੰਦਾ ਹੈਗਾ ਕਰਨ ਨੂੰ ਲਾਈਫ ਨੂੰ। ਉਹ ਜ਼ਰੂਰੀ ਚੀਜ਼ ਹੈ। ਤਾਂ ਇਫ ਆਈ ਵਾਂਟ ਟੂ ਲੁੱਕ ਫਿਟ ਐਂਡ ਲੂਜ਼ weight ਬਿਕੋਜ਼ ਮੇਰੇ ਯਾਰ ਦੋਸਤ ਕਹਿੰਦੇ ਮੈਂ ਮੋਟਾ ਹੈਗਾ, that's wrong. I want to lose weight because I want to be healthy. I want to do that. And Yeah. right, I want to be healthy, and as long as I'm healthy I don't care whether I lose weight or not, because if I'm actively working, I'm working out, I'm going for my walks, I'm going to my gym, I'm doing all those things, I don't need to check my weight level because I'm doing what I have to do. Because my body, everybody's body is different. ਤੁਸੀਂ ਹੁਣ ਇੱਕ ਬੰਦੇ ਬੋਡੀ ਨਾਲ ਤੁਸੀਂ ਕੰਪੇਅਰ ਕਰੋਗੇ ਬਈ ਉਹ ਤਾਂ ਇੰਨੀ ਪਤਲੀ ਸੀ ਹੈ, ਮੈਂ ਵੀ ਉਹਦੇ ਵਾਂਗ ਪਤਲੀ ਬਣ ਜਾਵਾਂ, ਯੂ نو that it becomes more harmful now. ਹੁਣ ਤੁਸੀਂ ਐਨਵੀਨੈਸ ਆ ਜਾਂਦੀ ਹੈਗੀ, ਤੁਸੀਂ ਜਲਨ ਆ ਜਾਂਦੀ ਹੈਗੀ ਕਿ ਉਹ ਕਿੱਦਾਂ ਪਤਲੀ ਹੋ ਗਈ ਹੈ, ਮੈਂ ਕਿੱਦਾਂ ਮੋਟੀ ਹੈਗੀ, ਜਾਂ ਕਿੱਦਾਂ ਉਹ ਪੈਸੇ ਵਾਲਾ ਹੈਗਾ ਮੈਂ ਕਿਉਂ ਗਰੀਬ ਹੈਗਾ, ਯੂ نو ਆਪਾਂ ਉਹ ਕੰਪੈਰੀਜ਼ਨ ਪਹੁੰਚ ਜਾਂਦੇ ਹਾਂ। ਜਦੋਂ ਉਹ ਕੰਪੈਰੀਜ਼ਨ ਪਹੁੰਚਦੇ ਆ ਉਹ ਫਿਰ ਰਸਤਾ ਬਣ ਜਾਂਦਾ ਹੈ ਗੋਲ ਟੁੱਟਣ ਦਾ, ਐਟ ਦ ਸੇਮ ਟਾਈਮ ਬਿਕਮ ਲਿਟਲ ਬਿਟ ਮੋਰ ਔਨ ਦ ਫੇਲੀਅਰ ਸਾਈਡ ਆਫ ਲਾਈਫ। ਉਹ ਆਪਾਂ ਨੂੰ ਲੋੜ ਨਹੀਂ ਹੈ, ਕਿਉਂਕਿ ਆਪਾਂ ਬਾਹਰੋਂ ਦੇਖਣਾ ਬੰਦ ਕਰਨਾ ਪਏਗਾ, ਆਪਾਂ ਨੂੰ ਅੰਦਰੋਂ ਦੇਖਣਾ ਜ਼ਰੂਰੀ ਹੈ ਆਪਾਂ ਚਾਹੁੰਦੇ ਕਿ ਲਾਈਫ 'ਚ। ਬਿਲਕੁਲ ਸਹੀ ਕਹਿ ਰਹੇ ਤੁਸੀਂ ਦੇਵ ਜੀ। ਸਮ ਟਾਈਮ ਇਹ ਹੁੰਦਾ ਕਿ ਸਾਡੀ ਫੈਮਿਲੀ ਚਾਹੁੰਦੀ ਹੈ ਕਿ ਅਸੀਂ ਇਹ ਕਰੀਏ, ਉਹਨਾਂ ਦੇ ਕਹਿ ਲਓ ਕਿ ਉਹਨਾਂ ਦੇ ਦਬਾਅ 'ਚ ਆ ਕੇ ਅਸੀਂ ਕੁਛ ਆਪਣੇ ਟਾਰਗੇਟ ਬਣਾ ਲੈਂਦੇ ਹਾਂ, ਜਾਂ ਉਹੀ ਸਾਡੇ ਵਾਸਤੇ ਕੋਈ ਟਾਰਗੇਟ ਸੈੱਟ ਕਰ ਦਿੰਦਾ ਕਿ ਤੁਸੀਂ ਅੱਗੇ ਜਾ ਕੇ ਇਹ ਕਰਨਾ ਹੈ। ਸੋ ਰਾਦਰ ਉਹਦੇ ਵਿੱਚ ਨੋ ਡਾਊਟ ਥੋੜ੍ਹਾ ਜਿਹਾ ਬੰਦਾ ਇਨਕਲਾਈਨਡ ਹੋ ਜਾਂਦਾ ਆ ਕਿ ਦੇ ਆਰ ਲਾਈਕ ਉਹਦਾ ਆਪਣਾ ਉਹਦੇ ਵਿੱਚ ਮਨ ਨਹੀਂ ਹੁੰਦਾ, ਸੋ ਇਸ ਕਰਕੇ ਉਹ ਗੋਲ ਤੋਂ ਭਟਕ ਜਾਂਦਾ ਆ। ਮੇ ਬੀ ਇਸ ਤਰ੍ਹਾਂ ਦੇ ਕਪਲ ਆਫ ਰੀਜ਼ਨਸ ਨੇ ਜਿਨ੍ਹਾਂ ਕਰਕੇ ਕਿ ਅਸੀਂ ਗੋਲ ਨੇ ਜਿਹੜੇ ਉਹਨਾਂ ਆਪਣੇ ਉੱਥੇ ਤੱਕ ਫੋਕਸ ਨਹੀਂ ਕਰ ਪਾਉਂਦੇ ਜਾਂ ਉਹਨਾਂ ਨੂੰ ਐਂਡ ਤੱਕ ਆਪਾਂ ਨਹੀਂ ਨਿਭਾ ਪਾਉਂਦੇ। ਸੋ exactly, so let me take an example of a career ਦਾ financial goal, for example, ਜਿਹੜਾ ਕਾਫੀ ਆਮ ਤੌਰ ਆਪਣੇ ਸਭ ਚਾਹੁੰਦੇ ਆਪਣੀ I think some technical difficulty. A car or a house or whatever. ਉਦੋਂ
ਕਪਲ ਜੀ ਸੁਣ ਰਹੇ ਤੁਸੀਂ? ਹੈਲੋ। where so let's assume मैं चाहना है कि मैं रिटायर होना है 50 साल की उम्र च। ਹਾਂਜੀ So ਹਾਂਜੀ ਉਸ ਵੇਲੇ what I need to do matters a lot. So how do I get there is the key. Are we disconnected? I'm not sure. no you're live, we're good. Okay, we are on. Can you hear me? Yeah, I can hear you, we are good. Okay, that's fine. Okay, Yeah. fair enough. All right. So basically, what happens is, so let's say I assume I want to retire at age 60 or age 50 for that matter. ਤੇ ਮੇਰਾ ਕੀ ਹੋਏਗਾ, ਮਕਸਦ ਕੀ ਹੋਏਗਾ? What I normally will do is I'll say, okay, 50 ਸਾਲ ਦੀ ਉਮਰ 'ਚ ਮੈਂ ਰਿਟਾਇਰ ਹੋਣਾ ਹੈ, ਮੈਨੂੰ ਉਹਦੇ ਵਾਸਤੇ ਕਿੰਨੇ ਪੈਸੇ ਚਾਹੀਦੇ ਰਿਟਾਇਰ ਹੋਣ ਨੂੰ। ਹੁਣ ਪੈਸੇ ਇਹ ਨਹੀਂ ਕਿ ਮੈਨੂੰ ਕਿੰਨੇ ਮਿਲੀਅਨ ਚਾਹੀਦੇ ਆ, ਮੈਨੂੰ ਰੋਟੀ ਖਾਣ ਵਾਸਤੇ ਕਿੰਨੇ ਪੈਸੇ ਚਾਹੀਦੇ ਆ। So we have to sort of work backwards. So let me explain the process. So for example, I say I need $1,00,000 ਮੈਨੂੰ ਆਮਦਨੀ ਚਾਹੀਦੀ ਹੈ, ਮੈਂ ਤੇ ਮੇਰੀ ਵਹੁਟੀ ਆਰਾਮ ਨਾਲ ਘਰ ਰਹੋਗੇ, ਆਪਣਾ ਘਰ ਹੋਵੇ, ਕਰਜ਼ੇ ਕੁਰਜ਼ੇ ਨਾ ਹੋਵੇ, $1,00,000 ਆਪਣੀ ਸੋਹਣੀ ਲਾਈਫ ਨਿਕਲ ਜਾਏਗੀ। ਰਾਈਟ। ਹੁਣ now we have to work backwards ਕਿ ਅੱਛਾ ਲੱਖ ਵਾਸਤੇ ਮੈਨੂੰ ਕਿੰਨਾ ਲਮਸਮ ਪੈਸਾ ਚਾਹੀਦਾ ਹੈਗਾ for ਉਹ ਲੱਖ ਦੀ ਆਮਦਨੀ। So now let's assume that happens to be $2 million. But $2 million doesn't mean anything ਕਿਉਂਕਿ 2 million ਕਿੱਦਾਂ ਇਨਵੈਸਟ ਕਰਾਂਗਾ। So let's just now we break it down ਕਿ ਚੱਲ maybe if I have 3 houses which I can rent out, $3,000 per house ਦਾ ਮੈਨੂੰ ਕਿਰਾਇਆ ਆਏਗਾ, 9,000 ਮਹੀਨੇ ਦਾ ਹੋ ਗਿਆ times 12 ਜੇ paid off ਘਰ ਹੋਵੇ। So now I'll reach at my 100,000 of income. So let's assume that's the goal. ਹੁਣ ਆਪਣੇ 3 ਹਾਊਸ ਤੇ ਗੋਲ ਆ ਗਿਆ ਹੈਗਾ। 3 ਹਾਊਸ means ਮੈਨੂੰ ਪਹਿਲਾ ਘਰ ਪਹਿਲਾਂ ਖਰੀਦਣਾ ਹੈਗਾ। So all I know is I need to have 3 houses from now for the next 15 years. They should be paid off. ਉਹ ਮੈਂ ਹੁਣ ਘਰ 3 ਕਿੱਦਾਂ ਖਰੀਦਾਂ? ਮੈਂ ਪਹਿਲਾ ਘਰ ਖਰੀਦੂੰਗਾ, ਉਹਦੇ ਵਾਸਤੇ ਮੈਨੂੰ ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ? ਮੈਨੂੰ $1,00,000 ਚਾਹੀਦੀ ਡਾਊਨ ਪੇਮੈਂਟ ਫॉर ਐਗਜ਼ਾਮਪਲ। If that's the case, ਹਾਂ ਆਪਾਂ ਹੁਣ ਲੱਖ ਕਿੱਦਾਂ ਸੇਵ ਕਰਨਾ ਹੈਗਾ? So we save $1,00,000. When we save $1,00,000, how do I save? ਮੇਰੀ ਵਾਈਫ ਕਿੰਨਾ ਕਮਾਉਂਦੀ ਹੈ, ਮੈਂ ਕਿੰਨਾ ਕਮਾਉਣਾ ਹੈਗਾ, ਉਹ ਹਿਸਾਬ ਨਾਲ I save now. ਉਦੋਂ ਫਿਰ ਜਿਹੜੇ ਤੁਹਾਡੇ ਜੀ ਆਰਟੀਫੀਸ਼ੀਅਲ ਗੋਲ ਹੈ ਨਾ, ਇਹ ਇੰਟਰਫੇਅਰ ਕਰਦੇ ਆ ਕਿ ਉਧਰੋਂ ਤਾਂ ਮੈਂ ਦਿਖਾ ਰਿਹਾ ਲੋਕਾਂ ਨੂੰ ਕਿ ਮੈਂ ਗੱਡੀ ਫੈਂਸੀ ਚਲਾਣੀ ਹੈਗੀ, ਉਧਰੋਂ ਮੇਰਾ ਗੋਲ ਹੈਗਾ ਜਿਹੜਾ ਅੰਦਰੂਨੀ, ਮੇਰਾ ਗੋਲ ਹੈਗਾ ਮੈਂ ਰਿਟਾਇਰ ਹੋਣਾ 50 ਸਾਲ ਦੀ ਉਮਰ 'ਚ, ਉਹਦੇ ਵਾਸਤੇ ਮੈਨੂੰ ਖਰਚੇ ਘਟਾਣੇ ਆ। You can't have both. So then you say, okay, which one is more important, the fancy cars of the world or my financial independence at age 50? So we have to make a decision at that point. Then we set it up and we go from there. And then so now the decision, let's assume you make the right decision and say, okay, you know what, forget the world. ਮੈਨੂੰ ਨਾ ਦੋਨਾਂ ਲੋਕਾਂ ਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਹੈ, ਮੈਨੂੰ ਆਪਣੇ ਵਾਸਤੇ ਕੀ ਚਾਹੀਦਾ ਹੈਗਾ। ਸੋ ਉਹਦੇ ਵਾਸਤੇ ਮੈਨੂੰ ਪਹਿਲਾਂ ਹੀ ਘਰ ਖਰੀਦਣਾ ਹੈਗਾ, ਉਹਦੇ ਵਾਸਤੇ ਮੈਨੂੰ $1,00,000 ਸੇਵ ਕਰਨਾ ਹੈਗਾ। ਅਸੀਂ ਕਿੱਦਾਂ ਸੇਵ ਕਰਾਂਗੇ? ਉਹ ਵਾਈਫ ਤੇ ਹਸਬੈਂਡ ਬੈਠ ਕੇ ਆਪਾਂ ਗੱਲ ਕਰਦੇ ਆ, ਆਪਾਂ ਕਿਹੜੇ ਕਿਹੜੇ ਖਰਚੇ ਘਟਾ ਸਕਦੇ ਆ। ਚਲੋ ਆਪਣੇ 3 ਸਾਲ 'ਚ ਆਪਾਂ ਲੱਖ ਸੇਵ ਕਰ ਲੂੰਗੇ ਜਾਂ ਆਪਣੇ 4 ਸਾਲ ਸੇਵ ਕਰ ਲੂੰਗੇ। So we'll buy our first house 4 years down the road. And then we go to the next house slowly. So that's how you set up a pattern. If you don't do that, that's when the problem starts. ਤਾਂ ਹੀ ਮੈਂ in other words ਹਰ ਇੱਕ ਗੋਲ ਜਿਹੜਾ ਤੁਸੀਂ ਸੈੱਟ ਕਰੋ ਉਹਨੂੰ ਫਿਰ ਬ੍ਰੇਕ ਡਾਊਨ ਕਰਨਾ ਜ਼ਰੂਰੀ ਹੁੰਦਾ ਹੈ backwards ਕਿ ਵੀ how do I get there? Once you are on that path, you're fine. Most people get distracted, unnecessary goals we set up, and that's when the problem starts. And that's something you want to keep in mind. Yeah, ਬਿਲਕੁਲ I agree. ਦੇਵ ਜੀ, ਓਕੇ, ਅਸੀਂ ਆਪਣਾ ਜੋ ਗੋਲ ਹੈ ਲਾਈਫ ਦਾ, ਸਪੋਜ਼ ਉਹ ਸੈੱਟ ਵੀ ਕਰ ਲਿਆ, ਸਾਨੂੰ ਉਹਦੀ ਇੰਪੋਰਟੈਂਸ ਵੀ ਪਤਾ ਲੱਗ ਗਈ ਕਿ ਵਾਈ ਦਿਸ ਇਜ਼ ਸੋ ਇੰਪੋਰਟੈਂਟ, ਰਾਈਟ? ਅਤੇ ਫਿਰ ਆਪਾਂ ਇਹਨੂੰ ਜਦੋਂ ਅਚੀਵ ਕਰਨਾ, ਵਟ ਆਰ ਦਾ ਮੇਨ ਥਿੰਗਸ ਕਿ ਸਾਨੂੰ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਤਾਂ ਕਿ ਉਹ ਜਿਹੜਾ ਗੋਲ ਹੈ ਉਹ ਐਕਚੁਅਲ 'ਚ ਅਚੀਵੇਬਲ ਹੋ ਜਾਵੇ? ਹਾਂ, ਉਹ ਜੇ ਤੁਹਾਡਾ ਉਹ ਗੋਲ ਹੈਗਾ ਅੰਦਰੋਂ ਆ ਰਿਹਾ ਤੁਹਾਡੇ, excuse me, if the goal thode andron aa raha, in other words that's what you want out of life, odon fir now you have to break the goal down. You have to narrow it down from stage 1 to stage Z. Stage Z da matlab hoya ki stage 1 hoyi ki bhai main and a cheez reach karni hai, but to get there what are the smaller steps I have to take? Jitha main thonu explain kar raha siga, I have to get down to the point where, okay, manu save karna hai monthly kinna paisa to get my $1,00,000 saving 3 years down the road. Kidam mein save karna hai. Now you start focusing on that part only, and that's all you work at. You work on that saving. For example, in this case we talked about, let's say we need to save $500 mahine da. Now we have to start working on saving 500 and then we work on that. We carry on just focusing on 500. Don't worry about anymore about your bigger goal. The bigger goal has been narrowed down to this point.
same way you want to lose weight or you want to become fit, भाई मैं and you narrow it down कि मैं रोज ਦੀ walk करनी है 1.5 घंटा, चलो मैं 45 मिनट सवेरे करनी है, 45 मिनट शाम ਨੂੰ करनी है. Don't worry about measuring your weight and gaining, you know, gain कर लिया मैं weight, how do I look? Don't worry about any of that. You do your part. अपना कर्म ਕਹਿੰਦੇ ਨੇ, ਤੁਸੀਂ ਆਪਣਾ ਕੰਮ ਕਰੋ, ਫਲ ਤੁਹਾਨੂੰ ਆਪੇ ਮਿਲੇਗਾ ਉਹਦਾ. Expect ਨਾ ਕਰੋ ਫਲ, ਆਪੇ ਆ ਜਾਏਗਾ ਫਲ. You have to just do right things. ਕਈ ਵਾਰ ਕੀ ਹੁੰਦਾ ਹੈ ਕਿ ਜਿਹੜੇ ਅਸੀਂ ਗੋਲਸ ਵਗੈਰਾ ਵੀ ਸੈੱਟ ਕਰਦੇ ਹਾਂ ਨਾ, ਬਾਈ ਨੇਚਰ ਅਸੀਂ ਹਿਊਮਨ ਬੀਇੰਗਸ, ਹਾਂਜੀ, we are decent people, we are very decent people, we want to help others. ਇਹ ਦੈਟਸ ਬਾਈ ਨੇਚਰ ਸਾਡਾ ਹੁੰਦਾ. ਜਦ ਕਈ ਵਾਰ ਅਸੀਂ ਗੋਲਸ ਰੱਖ ਲੈਂਦੇ ਹਾਂ ਜਿਹੜੇ ਅਚੀਵੇਬਲ ਨਹੀਂ ਹੁੰਦੇ ਨਾ, ਅਸੀਂ ਫਿਰ ਗਲਤ ਕੰਮ ਕਰਨੇ ਸ਼ੁਰੂ ਕਰਦੇ ਹਾਂ ਟੂ ਗੈਟ ਟੂ ਦੋਜ਼ ਗੋਲਸ. ਇਨ ਅਦਰ ਵਰਡਸ, ਮੈਨੂੰ ਫੈਂਸੀ ਕਾਰ ਚਾਹੀਦੀ ਹੈ ਤਾਂ ਮੈਂ ਚੋਰੀ ਜਾਂ ਆਪਣਾ ਕਲਾਇੰਟਸ ਨੂੰ ਲੁੱਟਣਾ ਸ਼ੁਰੂ ਕਰ ਦੇਵਾਂ, ਜਾਂ ਮਿਸਰੈਪ੍ਰੈਜ਼ੈਂਟ ਕਰਾਂ, ਜਾਂ ਕੋਈ ਚੀਜ਼ ਗਲਤ ਕੰਮ ਕਰਾਂ, ਗਲਤ ਕੰਮ ਕਰਕੇ ਜਿਹੜਾ ਮੈਂ ਪੈਸਾ ਕਮਾਉਣਾ ਹੈ, ਉਹ ਕਾਰ ਵਰਥ ਨਹੀਂ ਆਉਂਦੀ, ਕਿਉਂਕਿ ਮੇਰਾ ਅੰਦਰੋਂ ਮੈਨੂੰ ਦੁੱਖ ਹੁੰਦਾ ਹੈ ਕਿ ਮੈਂ ਗਲਤ ਕੰਮ ਕਰ ਰਿਹਾ, ਮੈਂ ਚੰਗਾ ਬੰਦਾ ਨਹੀਂ ਹੈ. ਯੂ ਲੂਜ਼ ਯੂਰ ਓਨ ਰਿਸਪੈਕਟ. ਉਹ ਫਿਰ ਲੌਂਗ ਟਰਮ ਹੀ ਚੱਲਦਾ ਕੰਮ. ਤੁਸੀਂ ਤਾਂ ਇਹਨਾਂ ਨੂੰ ਨੋਟ ਕਰੋਗੇ, ਜਿਹੜੇ ਮੈਜੋਰਿਟੀ ਸਕਸੈਸਫੁਲ ਪੀਪਲ ਇਨ ਬਿਜ਼ਨਸ, they are actually decent people. They actually do well for others, they help others, and that's how they become successful. ਜਿਹੜੇ ਅੰਦਰ ਸੈਲਫਿਸ਼ ਜਿਹੇ ਬੰਦੇ ਹੋਣੇ ਨਾ, ਉਹ ਸ਼ਾਰਟ ਟਰਮ ਸਕਸੈਸ ਆਉਂਦੀ ਹੈ ਉਹਨਾਂ ਨੂੰ, ਲੌਂਗ ਟਰਮ ਨਾ ਫਿਰ ਫੇਲਿਅਰ ਆ ਜਾਂਦਾ ਹੈਗਾ, ਕਿਤੇ ਨਾ ਕਿਤੇ ਫੜੇ ਜਾਂਦੇ ਆ, ਉੱਥੇ ਮਾਰ ਖਾ ਜਾਂਦੇ ਆ. ਫਿਰ ਸੇਮ ਚੀਜ਼ goes with the goal setting. You ਆਪਾਂ by nature we are decent people, so you don't want to do anything which is going to be at the cost of somebody else to reach your goal. ਤਾਂ ਇਸ ਕਰਕੇ when you're doing things ਅੰਦਰੋਂ ਚੰਗੀ ਤਰ੍ਹਾਂ, your karma is being decent, ਤੁਸੀਂ ਚੰਗੇ ਕੰਮ ਕਰ ਰਹੇ ਹੈਗੇ, then reaching goals becomes easier because you're healthier, you're happier about yourself, you feel good about yourself. When you feel good, now your energy level is different and life continues as a result. ਇੱਥੇ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਗੋਲ ਸੈਟਿੰਗ ਨੇ, ਇਹਦਾ ਸਾਡੇ ਕੁਝ ਕਰਮਾਂ ਨਾਲ ਵੀ ਹੈਗਾ ਕਨੈਕਸ਼ਨ? ਲਾਈਕ ਸਾਡੀ 100% ਕਰਮਾਂ ਨਾਲ ਕਨੈਕਸ਼ਨ ਹੈ. 100% ਕਰਮਾਂ ਨਾਲ ਤਾਂ ਕਨੈਕਸ਼ਨ ਹਰ ਚੀਜ਼ ਦਾ ਸਾਡੀ ਲਾਈਫ 'ਚ. ਅਸੀਂ ਬੈਠ ਕੇ ਸੋਚਦੇ ਹਾਂ, ਉਹ ਕਰਮ ਹੈ. ਅਸੀਂ ਕਰੀਏ ਕੰਮ, ਚੰਗੇ ਕੰਮ, ਬੁਰੇ ਕੰਮ ਕਰੀਏ, ਆਪਣੀ ਸੋਚ ਤੋਂ ਕਰਮ ਸ਼ੁਰੂ ਹੋ ਜਾਂਦਾ. ਐਨੀਥਿੰਗ ਵੀ ਡੂ ਆਲ ਡੇ ਲੌਂਗ, ਆਪਾਂ ਕਰਮ ਕਰ ਰਹੇ ਹਾਂ. ਮੈਂ ਕੁਝ ਕਰ ਵੀ ਰਿਹਾ ਨਾ ਕਰਾਂ ਤਾਂ ਵੀ ਮੈਂ ਕਰਮ ਕਰ ਰਿਹਾ, ਕਿਉਂਕਿ ਮੈਂ ਸੋਚ ਰਿਹਾ, ਉਹ ਕਰਮ ਹੋ ਗਿਆ. ਜੇ ਗਲਤ ਸੋਚਿਆ ਮੈਂ ਕਿਸੇ ਬਾਰੇ ਤੇ ਮੇਰੀ ਗਲਤ ਕਰਮ ਕੀਤਾ, ਜੇ ਮੈਂ ਚੰਗੀ ਚੀਜ਼ ਸੋਚੀ ਹੈ ਤਾਂ ਮੈਂ ਚੰਗਾ ਕਰਮ ਕਰ ਰਿਹਾ, ਕਿਉਂਕਿ ਸਾਡੀ ਅਸੀਂ ਰਿਐਕਸ਼ਨ ਉਹ ਸਾਹਮਣਾ ਕਰਦੇ ਹਾਂ ਜਿਹੜੀ ਸਾਡੀ ਥਿੰਕਿੰਗ ਹੈਗੀ. ਸੋ ਕਰਮ ਤਾਂ ਬੇਸਿਕਲੀ ਇਜ਼ ਪਾਰਟ ਆਫ ਆਵਰ ਲਾਈਫ. whatever we do is based on ਕਰਮ. ਤਾਂ ਕੋਸ਼ਿਸ਼ ਉਹ ਇਹ ਹੁੰਦੀ ਹੈ ਕਿ ਚੰਗੇ ਕਰਮ ਕਰੋ, ਫਿਰ ਉਹਦਾ ਚੰਗਾ ਰਿਜ਼ਲਟ ਆਉਂਦਾ ਹੈਗਾ. we shouldn't be waiting around ਕਿ ਵੀ ਹਾਂ ਵੀ ਮੈਂ ਬਹੁਤ ਚੰਗੇ ਕਰਮ ਕੀਤੇ, ਮੈਨੂੰ ਇਹਦਾ ਨਾਮ ਮਿਲੇ. ਨਹੀਂ, then you're not doing ਚੰਗੇ ਕਰਮ. ਹੁਣ ਤੁਸੀਂ ਮਤਲਬ ਨਾਲ ਕਰਮ ਕਰ ਰਹੇ ਹੋ, therefore it's a negative ਕਰਮ. ਤੁਸੀਂ ਕਰਮ ਦਾ ਮਤਲਬ ਹੈਗਾ ਤੁਸੀਂ ਕੰਮ ਕਰਨਾ ਹੈਗਾ, ਚੰਗੇ ਕਰਮ ਕਰਨੇ ਆ ਕਿ ਬੁਰੇ ਕਰਮ ਕਰਨੇ ਆ. that's the decision you have to make. to me, if you do ਚੰਗੇ ਕਰਮ, you'll be a much happier person. ਆਪਣਾ ਪੰਜਾਬੀ ਦਾ ਇੱਕ ਮੁਹਾਵਰਾ ਮੈਨੂੰ ਯਾਦ ਆ ਰਿਹਾ ਹੈ ਕਿ ਉਹ ਕਹਿੰਦੇ ਕਿ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ, ਕਿ ਜਿੱਦਾਂ ਦੀ ਬੰਦਾ ਨੀਤ ਰੱਖਦਾ ਹੈ ਉਹਨੂੰ ਉਦਾਂ ਦਾ ਹੀ ਫਲ ਮਿਲਦਾ ਹੈ. ਸੌਰਟ ਆਫ ਇਹੀ ਚੀਜ਼ ਤੁਸੀਂ ਕਹਿਣੀ ਚਾਹੁੰਦੇ, ਰਾਈਟ? ਐਗਜ਼ੈਕਟਲੀ ਜਿਹੀ ਜੀ ਨੀਤ ਹੋਗੀ ਉਹ ਜਿਹਾ ਤੁਹਾਨੂੰ ਫਲ ਮਿਲੇਗਾ. ਤੇ ਸ਼ਾਰਟ ਟਰਮ ਕਈ ਵਾਰ ਨਹੀਂ ਮਿਲਦਾ, ਕਈ ਵਾਰ ਬੰਦਾ ਹੇਰਾਫੇਰੀ ਕਰ ਜਾਂਦਾ ਹੈਗਾ. ਮੈਂ ਤੁਹਾਡੇ ਘਰ ਅੱਗੇ ਚੋਰੀ ਕਰ ਲਵਾਂ, ਤੁਹਾਡੀ ਸਾਰੀ ਜੁਐਲਰੀ ਚੱਕ ਲਵਾਂ, ਠੀਕ ਹੈ ਮੈਂ ਅੱਜ ਪੈਸੇ ਵਾਲਾ ਬਣ ਗਿਆ, ਮਗਰ ਕੱਲ ਪਰਸੋਂ ਚੌਥੇ ਮੈਂ ਕਿਤੇ ਹੋਰ ਫੇਰ ਚੋਰੀ ਕਰੂੰਗਾ, ਫੜਿਆ ਜਾਊਂਗਾ. ਜੇ ਮੈਂ ਨਹੀਂ ਚੋਰੀ ਕੀਤੀ, ਮੇਰੇ ਬੱਚਿਆਂ ਨੇ ਦੇਖ ਲਿਆ ਮੈਨੂੰ ਚੋਰੀ ਕਰਦੇ ਨੂੰ, ਇਵੈਂਚੁਅਲੀ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰਦਾ ਮੈਂ ਚੋਰੀ ਕਰਦਾ ਕਿੱਦਾਂ ਹੈਗਾ. ਉਹ ਮੇ ਵੀ ਇੱਕ ਦਿਨ ਬਾਅਦ ਫੜ ਕੇ ਜੇਲ੍ਹ ਚਲ ਜਾਓਗੇ, ਮੇ ਵੀ ਕਿਤੇ ਕੁਟਾਈ ਖਾਓਗੇ. ਉਹ ਕਰਮ ਹੋ ਗਏ, ਖਰਾਬ ਕਰਮ ਹੋ ਗਏ. ਜੇ ਤੁਸੀਂ ਚੰਗੇ ਕਰਮ ਕਰਦੇ ਆ ਤਾਂ ਫਿਰ ਬੱਚੇ ਵੀ ਚੰਗੇ ਕਰਮ ਸਿੱਖਦੇ ਆ. ਕਿ ਕਰਮਾਂ ਦਾ ਚੱਕਰ ਤਾਂ it runs for generations. it doesn't ਮੈਂ ਜੋ ਕੰਮ ਅੱਜ ਕਰ ਰਿਹਾ ਹੈਗਾ, ਇਹਦਾ ਇਫੈਕਟ ਮੇਰੀ ਅਗਲੀ 5 10 20 ਜਨਰੇਸ਼ਨ ਦੇ ਉੱਪਰ ਪਏਗਾ. ਤੇ ਮੇਰੇ ਕਰਮਾਂ ਦਾ ਮੈਨੂੰ ਫਲ ਮਿਲਣਾ ਹੈ. ਮੈਂ ਗਲਤ ਕਰਾਂ ਤਾਂ ਮੈਨੂੰ ਮੈਂ ਤਾਂ ਵੀ ਮਿਲਣਾ, ਮੈਨੂੰ ਮੈਂ ਚੰਗਾ ਕਰਾਂ ਤਾਂ ਵੀ ਮਿਲਣਾ. ਹਾਂ, ਆਪਾਂ ਨਾਰਮਲੀ ਥਿੰਕਿੰਗ ਹੁੰਦੀ ਹੈ ਬਈ ਪਿਛਲੇ ਜਨਮ ਦੇ ਕਰਮ ਖਰਾਬ ਕੀਤੇ. ਮੇਰੀ ਤਾਂ ਪਰਸਨਲ ਥਿੰਕਿੰਗ ਇਹ ਹੈ ਕਿ ਜਿਹੜੇ ਅਸੀਂ ਕਰਮ ਕਰਦੇ ਅਸੀਂ ਇੱਥੇ ਕਰਮ ਕਰਦੇ ਹੈਗੇ, ਇੱਥੇ ਦਾ ਅਸੀਂ ਭੁਗਤ ਕੇ ਇੱਥੇ ਛੱਡ ਕੇ ਜਾਂਦੇ ਆ, ਇੱਥੇ ਮਿਲਦਾ ਇੱਥੇ ਜਾਂਦੇ ਆ. ਇੱਥੇ ਹੀ ਸੋਚੋ, ਬਸ ਇੱਥੇ ਹੀ ਹੈ ਸਾਰਾ ਕੁਝ. ਉਹ ਸਵਰਗ ਨਹੀਂ ਹੈਗਾ, ਜੋ ਕੁਝ ਹੈ ਉਹ ਇੱਥੇ ਹੀ ਹੈ. ਜੋ ਕੀਤਾ ਉਹ ਇੱਥੇ ਹੀ ਭੁਗਤਣਾ ਹੈ, ਜੋ ਚੰਗਾ ਵੀ ਚਾਹੇ ਮਾੜਾ ਵੀ. ਹਾਂਜੀ. ਤੇ ਕਈ ਵਾਰ ਤੁਸੀਂ ਚੰਗਾ ਕਰਦੇ ਆ, ਉਹਦਾ ਰਿਜ਼ਲਟ ਨਹੀਂ ਮਿਲਦਾ, ਕੋਈ ਗੱਲ ਨਹੀਂ. ਉਹ ਐ ਸੋਚ ਲਓ ਕਿ ਪਿਛਲੇ ਜਨਮ ਦੇ ਪਾਪ ਧੁਲਦੇ ਪਏ ਆ, ਐ ਸੋਚ ਲਓ. ਤੋਂ ਫਿਰ ਕਿੰਨੀ ਵਾਰ ਚੰਗਾ ਕਰਦੇ ਆ ਅਸੀਂ, ਕੋਈ ਗੱਲ ਨਹੀਂ ਚੰਗਾ ਹੋਇਆ ਕੋਈ ਗੱਲ ਨਹੀਂ, ਇਵੈਂਚੁਅਲੀ ਤਾਂ ਹੋਏਗਾ, ਨਾ ਵੀ ਹੋਏ ਕਦੀ ਵੀ ਕੋਈ ਗੱਲ ਨਹੀਂ. ਅਸੀਂ ਪਿਛਲੇ ਜਨਮ ਦੀ ਪੇਮੈਂਟ ਕਰ ਰਹੇ ਹਾਂ, ਕੋਈ ਗੱਲ ਨਹੀਂ, ਠੀਕ ਹੈ.
ਅਗਲੇ ਜਨਮ ਘੱਟ we'll suffer less. Yeah, The that's goal great. setting works the same way. Goal setting, your karma plays a major part. Your thinking plays a major part. ਜੇ ਤੁਹਾਡੀ ਪੋਜ਼ਿਟਿਵ ਥਿੰਕਿੰਗ ਹੈਗੀ, ਤੁਸੀਂ ਬਿਲੀਵ ਕਰਦੇ ਆਪਣੇ ਗੋਲ 'ਚ, ਤੁਸੀਂ ਆਪਣੀ ਜਿਹੜੀ ਤੁਹਾਡੀ ਡਿਜ਼ਾਇਰ ਹੈ ਉਹ ਸੱਚੀ ਡਿਜ਼ਾਇਰ ਹੈ, ਫਿਰ ਤੁਸੀਂ ਪਹੁੰਚ ਸਕਦੇ ਹੋ ਉੱਥੇ। ਫਿਰ ਤਾਂ ਡਟ ਕੇ ਮਿਹਨਤ ਕਰਦਾ ਬੰਦਾ, ਡਰਦਾ ਨਹੀਂ ਫਿਰ ਮਿਹਨਤ ਤੋਂ। ਤਾਂ ਹੀ ਤੁਸੀਂ ਹੁੰਦਾ ਨਾ ਕਿ ਕਈ ਵਾਰ ਅਸੀਂ ਜਾਂ ਫੇਕ ਗੋਲਸ ਰੱਖੇ ਹੁੰਦੇ ਆ ਆਪਾਂ, ਆਰਟੀਫੀਸ਼ੀਅਲ ਗੋਲ ਜਿਹਨੂੰ ਮੈਂ ਕਹਿੰਦਾ ਹੈਗਾ ਕਿ ਬਈ ਮੈਂ ਸਰਟਨਲੀ ਮੈਂ ਜਾਣਾ ਵੈਡਿੰਗ ਤੇ ਮੈਂ weight lose ਕਰਨਾ ਹੈਗਾ, ਉਹ ਆਰਟੀਫੀਸ਼ੀਅਲ ਗੋਲ ਹੈ ਟੂ ਮੀ। Because now actually I am doing more harm to my body because I go on a major diet. Wedding ਤੇ ਮੈਂ ਦਿਖਾਣਾ ਹੈ ਕਿ ਮੈਂ slim fit ਹੈਗਾ ਤੇ I go on a major diet and then after wedding ਮੈਂ ਫਿਰ ਖਾਣਾ ਪੀਣਾ ਰੱਜ ਕੇ ਸ਼ੁਰੂ ਕਰਦਾ, I gain more weight than before. So to me that's bad karma. Yeah. You should not worry about at the wedding. You need to just worry about I want to be healthy, I want to be fit, and as a result you will become slim in due time automatically. Right. That's exactly. So ਦੇਵ ਜੀ, ਇਹਦੇ ਵਿੱਚ ਕੁਝ ਐਦਾਂ ਵੀ ਹੁੰਦਾ ਹੈ ਕਿ ਕੁਝ ਸਾਡੇ ਗੋਲ ਨੇ ਜਿਹੜੇ ਉਹ ਕੁਝ ਸ਼ਾਰਟ ਟਰਮ ਹੋ ਜਾਣ, ਕੁਝ ਲੌਂਗ ਟਰਮ ਹੋ ਜਾਣ, ਇਹ ਕਿੱਦਾਂ ਆਪਾਂ ਡਿਸਾਈਡ ਕਰਾਂਗੇ? ਹਰ ਇੱਕ ਗੋਲ ਹੈਜ਼ ਟੂ ਬਿਕਮ ਸ਼ਾਰਟ ਟਰਮ, ਮਗਰ ਤੁਹਾਡਾ ਮੇਨ ਗੋਲ ਹੋ ਗਿਆ ਲੌਂਗ ਟਰਮ ਦਾ ਕਿ ਬਈ ਵੱਡਾ ਲੈਟਸ ਸੇ ਗੋਲ ਹੈਗਾ ਕਿ ਮੈਂ 50 ਸਾਲ ਦੀ ਉਮਰ 'ਚ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹੈ, ਉਹ ਮੇਜਰ ਗੋਲ ਹੋ ਗਿਆ। ਮੈਂ 30 ਸਾਲ ਦਾ ਹੈਗਾ ਫॉर ਐਗਜ਼ਾਮਪਲ, ਤੇ ਮੈਂ ਕਹਿੰਦਾ 50 ਸਾਲ ਦੀ ਉਮਰ 'ਚ ਮੈਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਹੈ, ਉਹ ਮੇਰਾ ਇੱਕ ਮੇਜਰ ਗੋਲ ਹੋ ਗਿਆ। ਦੂਜਾ ਮੇਜਰ ਗੋਲ ਹੋ ਸਕਦਾ ਮੇਰਾ ਕਿ ਮੇਰੀ ਫੈਮਿਲੀ ਲਾਈਫ ਬੜੀ ਸੁਖੀ ਹੋਵੇ, ਮੈਂ ਆਪਣੀ ਵਾਈਫ ਜਾਂ ਹਸਬੈਂਡ ਨੂੰ ਬਹੁਤ ਚੰਗੀ ਤਰ੍ਹਾਂ ਟਰੀਟ ਕਰਾਂ, ਮੇਰੇ ਬੱਚੇ ਚੰਗੇ ਵੱਡੇ ਹੋਵੇਂ, ਮੇਰੀ ਹੈਲਥ ਵਧੀਆ ਹੋਵੇ, ਮੈਨੂੰ ਉਹ ਸ਼ੂਗਰ ਨਾ ਹੋਵੇ, ਮੈਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਾ ਹੋਵੇ। Those are the major real goals we have in our lives. Right. So all goals ਤੁਸੀਂ ਨਾ ਹੁਣ ਡਿਸਾਈਡ ਕਰ ਲਓ ਕਿ ਹਾਂ ਮੈਨੂੰ ਕਿਹੜਾ ਇੰਪੋਰਟੈਂਟ ਹੈ, and then you break it down to daily basis ਕਿ ਮੈਨੂੰ ਉੱਥੇ ਪਹੁੰਚਣ ਵਾਸਤੇ ਮੈਂ ਕੀ ਕਰਨਾ ਹੈ। ਤੇ ਜੇ ਫॉर ਐਗਜ਼ਾਮਪਲ 50 ਸਾਲ ਦੀ ਉਮਰ 'ਚ ਰਿਟਾਇਰ ਹੋਣਾ ਹੈ, ਉਹਦੇ ਵਾਸਤੇ ਮੈਨੂੰ $50 ਰੋਜ਼ ਦੇ ਸੇਵ ਕਰਨੇ ਹੈ। That means I have to save $50 ਰੋਜ਼ ਦੇ, ਭਾਵੇਂ ਆ 50 ਐਕਸਟਰਾ ਕਮਾ ਕੇ ਲਿਆਵਾਂ ਕਿਤੋਂ, ਮੈਂ I have to work harder and make 50 ਐਕਸਟਰਾ ਬਚਾਵਾਂ ਮੈਂ, ਜਾਂ ਫਿਰ ਮੈਂ ਖਰਚਾ ਘੱਟ ਕਰਾਂ, ਜਾਂ ਮੈਂ ਆਪਣਾ ਰਹਿਣ ਸਹਿਣ ਦਾ ਜਰਾ ਰੀਆਰਗੇਨਾਈਜ਼ ਕਰਾਂ। ਕਿਉਂਕਿ ਅੰਦਰੋਂ ਜਿਹੜਾ ਸੁੱਖ ਹੈ ਉਹ ਸਭ ਤੋਂ ਜ਼ਿਆਦਾ ਉੱਤਮ ਸੁੱਖ ਉਹ ਹੈਗਾ ਜਿਹੜਾ ਅੰਦਰੋਂ ਬੰਦਾ ਸੁਖੀ ਹੁੰਦਾ। ਆਪਾਂ ਲੋਕਾਂ ਨੂੰ ਦਿਖਾਉਣ ਵਾਸਤੇ ਬੜਾ ਮਾਰ ਖਾਂਦੇ ਆ ਆਪਾਂ ਇੱਥੇ, ਮੈਂ ਦੇਖਦਾ ਹਾਂ ਲੋਕਾਂ ਨੂੰ ਆਪਣੀ ਲਾਈਫ ਨੂੰ ਤਬਾਹ ਕੀਤਾ ਹੁੰਦਾ ਹੈ ਜਸਟ ਟੂ ਸ਼ੋ ਅਦਰਸ ਕਿ ਮੈਂ ਬੜਾ ਹਾਈ ਫਾਈ ਹੈਗਾ। ਉਹਦੇ ਵਾਸਤੇ ਉਹ ਚੰਗਾ ਨਹੀਂ ਹੈ। ਫਿਰ ਦੈਨ ਯੂ ਨੈਵਰ ਰੀਚ ਯੂਰ ਗੋਲਸ। ਜਿਹੜੇ ਬੰਦੇ ਕਾਮ ਸਟੇਬਲ ਹੈਗੇ, ਐਂਡ ਦੈਟਸ ਸਮਥਿੰਗ ਯੂ ਵਾਂਟ ਟੂ ਕੀਪ ਇਨ ਮਾਈਂਡ ਕਿ ਬਈ ਲਾਈਫ ਮੇਰੀ ਵਾਈਫ, ਮੇਰੇ ਬੱਚਿਆਂ ਦੀ ਲਾਈਫ ਹੈ, ਮੇਰੀ ਸਿਹਤ ਹੈ, ਮੇਰੇ ਪੇਰੈਂਟਸ ਹੈਗੇ, ਮੇਰੇ ਗ੍ਰੈਂਡ ਕਿਡਸ ਹੈ, ਮੇਰੇ ਯਾਰ ਦੋਸਤ ਹੈ, ਇਹ ਮੇਰੀ ਲਾਈਫ ਹੈ, ਇਹਨਾਂ 'ਚ ਮੈਂ ਕਿੱਦਾਂ ਸੁਖੀ ਰਹਿਣਾ। ਤੇ ਉਹ ਗੋਲਸ ਹੋ ਗਏ, ਐਂਡ ਦੈਨ ਯੂ ਨੈਰੋ ਯੂਰ ਗੋਲਸ ਅਪ ਟੂ ਦੋਸ ਥਿੰਗਸ। ਸੋ ਹੈਲਥ ਵਾਈਜ਼ ਹੈ, ਯੂ ਵਰਕ ਹੈਲਥ ਵਾਈਜ਼ ਕਿ ਹਾਂ ਵੀ ਮੈਨੂੰ ਕੀ ਕਰਨਾ, ਰੋਜ਼ ਦੀ ਐਕਸਰਸਾਈਜ਼ ਮੈਂ ਕੀ ਕਰਨੀ ਹੈ। ਸੋ ਬਿਗ ਗੋਲ ਇਜ਼ ਆਈ ਵਾਂਟ ਟੂ ਫॉर ਐਗਜ਼ਾਮਪਲ ਬਿਕਮ ਵੈਰੀ ਫਿਟ, I want to lose weight, I want to be fit. That's your big goal. Yeah, I want to be there in the next 5 years. I want to be absolutely like Arnold Schwarzenegger ਵਾਂਗਰ ਮੈਨੂੰ ਬੋਡੀ ਬਣਨੀ ਹੈ, ਤਾਂ ਮੈਨੂੰ 5 ਸਾਲ ਚਾਹੀਦੇ ਹੁੰਦੇ ਉੱਥੇ ਪਹੁੰਚਣ ਵਾਸਤੇ। ਤਾਂ ਅੱਜ ਤੋਂ ਮੈਂ ਕੀ ਕਰਨਾ ਹੈ ਉਹਦੇ ਵਾਸਤੇ, ਐਂਡ ਦੈਨ ਯੂ ਡੂ ਦੈਟ ਐਵਰੀ ਡੇ ਕਿ ਮੈਂ ਕਿੱਦਾਂ ਲਿਫਟ ਵੇਟਸ ਕਰਨੇ ਹੈ, ਕਿੱਦਾਂ ਫਿਟ ਰਹਿਣਾ ਹੈਗਾ, ਕੀ ਕਰਨਾ ਹੈਗਾ। ਇਟਸ ਸਾਰਾ ਬੇਸਡ ਔਨ ਦੈਟ। ਸੇਮ ਫਾਈਨੈਂਸ਼ੀਅਲੀ ਆਈ ਹੈਵ ਟੂ ਸੇਵ $50 ਐਵਰੀ ਡੇ to get there. ਕਹਿਣ ਦਾ ਮਤਲਬ ਇਹ ਹੈਗਾ ਕਿ ਇੱਕ ਆਪਣਾ ਮੇਨ ਲੌਂਗ ਟਰਮ ਗੋਲ ਹੁੰਦਾ, ਬਟ ਉਹਨੂੰ ਜਿਹੜਾ ਅਚੀਵ ਕਰਨਾ ਉਹਦੇ ਲਈ ਸੋ ਮੈਨੀ ਸ਼ਾਰਟ ਟਰਮ ਗੋਲਸ ਬਣਾਉਣੇ ਪੈਂਦੇ ਨੇ, ਜਿਹੜੇ ਕਿ ਇਵੈਂਚੁਅਲੀ ਉਸ ਜਿਹੜੇ ਲੌਂਗ ਟਰਮ ਗੋਲ ਲਈ ਹੁੰਦੇ ਨੇ ਉਹਨੂੰ ਅਚੀਵ ਕਰਨ ਲਈ ਹੁੰਦੇ ਨੇ। ਦੈਟਸ ਹਾਂਜੀ, ਐਗਜ਼ੈਕਟਲੀ। ਐਂਡ ਦੈਨ ਯੂ ਡੋਂਟ ਵਰੀ ਅਬਾਊਟ ਦ ਲੌਂਗ ਟਰਮ ਗੋਲ ਬਿਕਾਜ਼ ਨਾਓ ਯੂ ਵਰਕ ਔਨ ਦ ਅਚੀਵਿੰਗ ਸ਼ਾਰਟ ਟਰਮ ਵਨਸ। ਡੇਲੀ ਗੋਲ ਜਿਹੜੇ ਤੁਸੀਂ ਉਹ ਰੀਚ ਕਰਨੇ ਆ ਫਿਰ, ਠੀਕ ਹੈ। ਵੈਨ ਯੂ ਡੂ ਦੋਜ਼ ਦੈਨ ਦ ਲੌਂਗ ਟਰਮ ਗੋਲ ਵਿਲ ਆਟੋਮੈਟਿਕਲੀ ਟੇਕ ਕੇਅਰ ਆਫ ਇਟਸੈਲਫ। ਛੋਟੇ ਛੋਟੇ ਸਟੈਪਸ ਨੇ ਜਿਹੜੇ ਉਹਦੇ ਨਾਲ ਇਵੈਂਚੁਅਲੀ ਵੀ ਕੈਨ ਵਿਨ ਦ ਰੇਸ। ਐਗਜ਼ੈਕਟਲੀ। ਸੋ break it down, like break them down to a daily habit ਕਿ ਕੀ ਕਰਨਾ ਪਏਗਾ ਮੈਨੂੰ ਰੋਜ਼ to achieve that goal of mine ਜਿਹੜਾ eventual goal ਹੈਗਾ ਆਪਣਾ। ਮੈਂ businesses ਨੂੰ ਕਰ sometimes I give training on business. One of the things I tell people is people don't plan to fail, but people fail to plan. And that's very important part. Same with your goal setting. ਜਦ ਤੁਸੀਂ goal set ਕਰਦੇ ਆ, you have to actually sit down and spend time on it. And sometimes means time matlab ਇਹ ਨਹੀਂ ਕਿ 15-20 ਮਿੰਟ, I'm talking about sometime a day it'll take you to figure out ਕਿ ਮੇਰਾ ਇਹਦਾ ਨਤੀਜਾ ਕੀ ਹੋਣਾ ਹੈ। So you have to sit and figure out ਕਿ ਮੈਂ ਇਹ goal ਇੱਥੇ ਪਹੁੰਚਣਾ ਹੈ, how do I break it down where I can do a daily thing which will get me that goal eventually. So ਉਹਦੇ ਵਾਸਤੇ then you have to sit and calculate everything. So for example walking could be one if you want to lose weight.
एंड डाउन टू भाई रोज मैं आधा घंटा वॉक करना है या 2 घंटे वॉक कर रहे हैं या मैं वेट लिफ्टिंग करनी है whatever I want to do. I Right. put that down to daily basis and I just stick with my daily basis now. I don't change that. And then think through as well कि भाई मैं एक्सरसाइज करनी है ਤਾਂ ਅੱਛਾ ਕਿਹੜਾ ਮੋਸਟ ਅਪਰੋਪਰੀਏਟ ਟਾਈਮ ਹੈ ਉਹਨੂੰ ਐਕਸਰਸਾਈਜ਼ ਕਰਨ ਵਾਸਤੇ ਤੜਕੇ ਸਵੇਰੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਜਾਂ ਦੁਪਹਿਰ ਨੂੰ which is possible ਕਿਉਂਕਿ ਮੈਂ ਕੰਮ ਤੇ ਇੰਨੇ ਤੋਂ ਇੰਨੇ ਵਜੇ ਜਾਣਾ ਹੈਗਾ so I can't do that during that period for example or maybe Right. ਕੰਮ ਤੇ lunch break ਤੇ ਮੈਂ ਲੈ ਸਕਦਾ ਹੈਗਾ Yeah. so you have to sit and think and plan everything through and then after that you execute your plan and you just focus on that the big goal will take care of itself by default. ਵੈਰੀ ਗੁੱਡ ਹਾਂ ਬਿਲਕੁਲ ਦੇਵ ਜੀ ਤੁਸੀਂ ਜਿੰਨੀਆਂ ਵੀ ਸਾਡੇ ਵਿਊਅਰਸ ਨਾਲ ਇਹ ਚੰਗੀਆਂ ਗੱਲਾਂ ਚੰਗੇ ਵਿਚਾਰ ਸ਼ੇਅਰ ਕੀਤੇ ਨੇ ਜੇ ਆਈ ਥਿੰਕ ਉਹਨਾਂ 'ਤੇ ਕਿਸੇ ਇੱਕ 'ਤੇ ਵੀ ਅਮਲ ਕਰ ਲੈਣ ਤੇ ਆਈ ਥਿੰਕ ਜਿਹਨੇ ਵੀ ਆਪਣਾ ਕੋਈ ਗੋਲ ਸੈੱਟ ਕੀਤਾ ਹੋਏਗਾ ਉਹ ਜ਼ਰੂਰ ਉਹਨੂੰ ਅਚੀਵ ਕਰ ਲੂਗਾ हाँ जी डेफिनेटली अचीव सारे गोल अचीवेबल है एज लॉन्ग एज बस मेक श्योर गोल ਤੁਹਾਡੇ ਅੰਦਰੋਂ ਆ ਰਿਹਾ ਹੈਗਾ ਬਜਾਏ ਕਿ ਬਾਹਰੋਂ ਮਤਲਬ ਲੋਕਾਂ ਨੂੰ ਦਿਖਾਉਣ ਵਾਸਤੇ ਗੋਲ ਨਾ ਹੋਵੇ ਉਹ ਗੋਲ ਤੁਹਾਡਾ ਆਪਣਾ ਅੰਦਰੋਂ ਹੋਵੇ ਤੁਹਾਡਾ ਜ਼ਮੀਰ ਕੀ ਚਾਹੁੰਦਾ ਹੈਗਾ ਬਸ ਇਹ ਗੋਲ ਮੇਨ ਫੋਕਸ ਹੈਗਾ once you figure that out then you're okay and you can have multiple goals you don't have to have one goal you can have financial goals your health goals your family goals you set all those 4-5 goals up whatever is important for you किसी ने मूवी स्टार बनना हैगा okay to get to become a movie star what do I need to do I need to be in Hollywood I need to get there or I need to have so much money in advance so I can go to Hollywood so whatever the case might be we have to sit and figure it all out and narrow it down to a daily basis and then execute from there ਦੇਖਿਆ ਗਿਆ ਦੇਵ ਜੀ ਕਿ ਸਭ ਦਾ ਜਿਹੜਾ ਟਾਰਗੇਟ ਹੈ ਉਹ ਤੇ ਅਲਟੀਮੇਟਲੀ ਇੱਕੋ ਹੀ ਹੁੰਦਾ ਹੈ ਕਿ ਮੈਂ ਹੈਪੀ ਰਹਿਣਾ ਪਰ ਜਿਹੜੇ ਹੈਪੀਨੈਸ ਤੱਕ ਪਹੁੰਚਣ ਦੇ ਰਸਤੇ ਨੇ ਨਾ ਸਮ ਟਾਈਮ ਉਹ ਵੇਰੀ ਕਰ ਜਾਂਦੇ ਨੇ ਤੇ ਅਸੀਂ ਉਹਨਾਂ 'ਚ ਹੀ ਉਲਝ ਕੇ ਰਹਿ ਜਾਂਦੇ ਹਾਂ ਤੇ ਐਕਚੁਅਲ ਹੈਪੀਨੈਸ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਾਡੇ ਤੋਂ ਲੱਗਦਾ ਕਿ ਮਿਸ ਹੋ ਜਾਂਦੀ ਹੈ ਇਹ ਦੁੱਖ ਦੀ ਗੱਲ ਕੀ ਹੈ ਅੱਜ ਕੱਲ ਨਾ ਜਿਹੜਾ ਆਪਣਾ ਸੋਸ਼ਲ ਮੀਡੀਆ ਹੈਗਾ ਆਪਣਾ ਟੈਲੀਵਿਜ਼ਨ ਹੈਗਾ ਆਪਣਾ ਜਿਹੜੇ ਐਡਵਰਟਾਈਜ਼ਮੈਂਟ ਸਿਸਟਮ ਵਗੈਰਾ ਹੈਗੇ ਇਹਨਾਂ ਨੇ ਸਾਰੇ ਬੰਦਿਆਂ ਦੀ ਮੇਰੇ ਹਿਸਾਬ ਨਾਲ ਲਾਈਫ ਤਬਾਹ ਕੀਤੀ ਪਈ ਹੈ ਲੋਕਾਂ ਦੀ ਇਹਨਾਂ ਨੇ ਹਰ ਚੀਜ਼ ਇੰਨੀ ਸੋਸ਼ਲਾਈਜ਼ ਕਰ ਲਈ ਹੈਗੀ ਇੰਨੀ ਕਮਰਸ਼ਲਾਈਜ਼ ਕਰ ਲਈ ਹੈਗੀ ਕਿ ਇਹਦੇ ਬਿਜ਼ਨਸ ਹੀ ਫਾਇਦਾ ਕਰਦੇ ਹੈਗੇ ਬਾਕੀ ਅਸੀਂ ਤਾਂ ਬਸ ਨੌਕਰਾਂ ਵਾਂਗਰ ਲੱਗੇ ਰਹਿੰਦੇ ਆ ਕੰਮ ਕਰੀ ਜਾਂਦੇ ਆ ਕੁੱਤਿਆਂ ਵਾਂਗਰ ਸਾਰਾ ਦਿਨ ਉਹਨਾਂ ਦੀ ਪੇਮੈਂਟ ਕਰਨ ਵਾਸਤੇ and to me it makes completely zero sense whatsoever to be able to bother with that at all ਕਿਉਂਕਿ ਉਦੋਂ ਨਾ then ਘਰ ਚ ਕਲੇਸ਼ ਹੁੰਦੇ ਆ ਕਿਉਂਕਿ wife wants to have a fancy bicycle or a fancy car or a fancy ਸਾੜੀ you know and you tell me how can that make sense ਕਿ ਤੁਸੀਂ ਆਪਣੇ husband ਜਾਂ ਆਪਣੀ ਤੁਸੀਂ wife ਨੂੰ ਕੁੱਟੋ ਜਾਂ ਗਾਲੀਆਂ ਕੱਢੋ ਜਾਂ ਝਗੜਾ ਕਰੋ because of a material stuff ਕਿ ਮੈਨੂੰ ਸੋਹਣਾ ਲੱਗਣਾ ਹੈ ਜਾਂ ਮੈਨੂੰ ਸੋਹਣਾ ਦਿਖਾਣਾ ਲੋਕਾਂ ਨੂੰ ਉਹਦੇ ਪਿੱਛੇ ਤੁਹਾਡੇ ਘਰ ਚ ਕਲੇਸ਼ ਪਵੇ ਕਿੰਨੀ ਗਲਤ ਗੱਲ ਹੈ ਮਗਰ ਇਹ ਹੁਣ ਸੋਸ਼ਲ ਮੀਡੀਆ ਨੇ ਤੇ ਆਪਣੇ ਟੀਵੀ ਵਗੈਰਾ ਨੇ ਇੰਨਾ ਕਮਰਸ਼ਲਾਈਜ਼ ਕਰਤਾ ਹੈਗਾ ਉਹ ਬਰਥਡੇ ਹੁੰਦਾ ਹੈ ਤੁਸੀਂ ਗਿਫਟ ਦਿੰਦੇ ਆ ਬਰਥਡੇ ਯੂ نو ਐਨੀਵਰਸਰੀ ਆਉਂਦੀ ਹੈ ਸਭ ਤੋਂ ਬੜਾ ਪ੍ਰੈਸ਼ਰ ਹਸਬੈਂਡ ਵਾਈਫ ਦੇ ਵਿੱਚ ਹੁੰਦਾ ਕਿ ਐਨੀਵਰਸਰੀ ਆ ਰਹੀ ਹੈ ਮੈਂ ਉਹਨੂੰ ਕੀ ਗਿਫਟ ਲੈਣਾ ਹੈ ਉਹਦੇ ਪਿੱਛੇ ਦਿਨ ਰਾਤ ਚੱਕਰ ਚੁੱਕਰ ਵਾਈਫ ਐਕਸਪੈਕਟ ਕਰਦੀ ਹੈ ਮੈਨੂੰ ਕੀ ਦੇਗਾ ਹਸਬੈਂਡ ਐਕਸਪੈਕਟ ਕਰਦਾ ਹੈ ਮੈਂ ਉਹਨੂੰ ਕੀ ਆ ਪੰਗਾ ਲੈ ਲਿਆ ਮੈਨੂੰ ਗਿਫਟ ਲੈ ਕੇ ਦੇਣਾ ਹੈਗਾ ਉਹਨੂੰ ਟੈਨਸ਼ਨ ਹੋਈ ਪਈ ਹੈ ਉਹ ਬਿਜ਼ੀ ਹੈ ਹੋਰ ਗੱਲਾਂ 'ਚ ਵਿਲ ਸ਼ੀ ਬੀ ਹੈਪੀ ਵਿਦ ਮਾਈ ਗਿਫਟ ਜੋ ਮਰਜੀ ਦੇ ਦਿਓ ਉਹਦੀ ਸਹੇਲੀ ਨੂੰ ਮੇਬੀ ਵਨ ਆਫ ਦ ਸਹੇਲੀ ਗੋਟ ਅ ਬੈਟਰ ਗਿਫਟ so then you always get compared bajaye ke to me it should be the other way around it should be saying apni anniversary hai ਆਪਾਂ ਚਲੋ ਗੁਰਦੁਆਰੇ ਚਲੀ ਆਪਾਂ ਉੱਥੇ ਆਪਾਂ ਲੰਗਰ ਕਰਕੇ ਆਨੇ ਆ ਲੰਗਰ ਕਰਾ ਕੇ ਆਨੇ ਲੋਕਾਂ ਨੂੰ ਲੰਗਰ ਖਿਲਾਣੇ ਦਾਨ ਕਰਦੇ ਆਪਾਂ ਕਿਸੇ ਗਰੀਬ ਨੂੰ ਦਾਨ ਦਈਏ ਆਪਾਂ ਕਿਸੇ ਹੈਲਪ ਕਰ ਦਈਏ ਉਹਦੇ ਫਿਰ ਤੁਹਾਨੂੰ ਇੱਕ ਦੂਜੇ ਦਾ ਪ੍ਰੈਸ਼ਰ ਹਟ ਜਾਂਦੇ ਹੈਗੇ ਆਪਣਾ ਫੋਕਸ ਹੀ ਬਦਲ ਗਿਆ ਸਾਰਾ ਜਿਹੜੀ ਹਿਊਮੈਨਿਟੀ ਤੋਂ ਆਪਾਂ ਨਿਕਲ ਕੇ ਆਪਾਂ ਕਮਰਸ਼ੀਅਲ ਵਰਲਡ 'ਚ ਆ ਗਏ ਹਾਂ ਤਾਂ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਗੋ ਬੈਕ ਟੂ ਹਿਊਮੈਨਿਟੇਰੀਅਨ ਗਰਾਊਂਡਸ go back to humanity apni happiness is more important than anything else the most important thing is happiness ਸਾਰਾ ਇੱਥੇ ਰਹਿ ਜਾਣਾ ਸਾਰਾ ਲੈ ਕੇ ਆਇਆ ਸੀ ਇੱਥੇ ਆ ਜਾਣ ਲੱਗੇ ਖਾਲੀ ਜਾਣਾ ਹੈਗਾ ਅੱਜ ਵਿਚਾਲੇ ਜਿਹੜਾ ਅਸੀਂ ਟਾਈਮ ਵੇਸਟ ਕਰ ਰਹੇ ਹਾਂ ਆਪਣਾ ਕਰ ਰਹੇ ਹੈਗੇ ਉਹਦੇ ਚ ਮਾਈਟ ਵਾਸ ਮੇਕ ਦ ਬੈਸਟ ਆਫ ਇਟ ਯਾ ਬਿਲਕੁਲ ਦੇਵ ਜੀ ਤੁਹਾਡੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦਾ ਤਾਂ ਲਾਈਕ ਤੁਸੀਂ ਇਹ ਕਹ ਲਓ ਕਿ ਜੇ ਵਾਕਿਆ ਹੀ ਕਿਸੇ ਨੇ ਲਾਈਕ ਨੇਚਰ ਨਾਲ ਕੋਈ ਗੋਲ ਰੱਖਿਆ ਹੋਇਆ ਤਾਂ ਨੈਚੁਰਲੀ ਉਹ ਇਸ ਨੂੰ ਅਚੀਵ ਜ਼ਰੂਰ ਕਰੇਗਾ ਕਿਉਂਕਿ ਅਲਟੀਮੇਟਲੀ ਤੇ ਜੀ ਕੋਲ ਸਾਡਾ ਹੈਪੀਨੈਸ ਹੀ ਹੁੰਦਾ ਠੀਕ ਹੈ ਤੇ ਜੇ ਇੱਕ ਦੂਸਰੇ ਨਾਲ ਅੰਡਰਸਟੈਂਡਿੰਗ ਨਾਲ ਤੇ ਉਹਦੇ ਨਾਲ ਜੇ ਫੈਮਿਲੀ 'ਚ ਵੀ ਕੀਤਾ ਹੋਵੇ ਤਾਂ ਨੈਚੁਰਲੀ ਦਿਲ ਵੀ ਖੁਸ਼ ਰਹੇਗਾ ਤੇ ਜਿਹੜੇ ਸਾਡੇ ਗੋਲ ਨੇ ਉਹ ਵੀ ਅਚੀਵੇਬਲ ਹੋ ਜਾਣਗੇ ਹਾਂਜੀ ਐਗਜ਼ੈਕਟਲੀ
Exactly. So yeah, so like ਜਦੋਂ typically ਸਾਡੇ ਘਰ ਚ ਬਰਥਡੇ ਵਗੈਰਾ ਹੁੰਦੇ ਆ ਅਸੀਂ ਬੱਚਿਆਂ ਦੇ ਸਾਡੇ ਘਰ ਚ ਔਰ ਐਨੀਵਰਸਰੀ ਹੁੰਦੀ ਹੈ ਜਾਂ ਬਰਥਡੇ ਹੈ ਅਸੀਂ ਕਦੀ ਕਿਸੇ ਨੂੰ ਗਿਫਟ ਨਹੀਂ ਲੈ ਕੇ ਦਿੱਤਾ ਅੱਜ ਤੱਕ all my life I've never given a gift to anybody. I've never taken one from them. I've never given it to them. ਉਹਦਾ ਕਾਰਨ ਸਿੰਪਲ ਹੈ ਆਪਾਂ ਉਹਦਾ ਮੰਦਿਰ ਜਾਂਦੇ ਆ ਆਪਾਂ ਜਾਂ ਗੁਰਦੁਆਰੇ ਜਾਂਦੇ ਆ ਉੱਥੇ ਉਦੋਂ ਦਾਨ ਦੇਣਾ ਹੈਗਾ ਮੰਦਿਰ ਜਾ ਕੇ ਕਿ ਗੁਰਦੁਆਰੇ ਜਾਂ ਕਿਸੇ ਗਰੀਬ ਨੂੰ ਦਾਨ ਦੇਣਾ ਹੈਗਾ ਜੋ ਕਰਨਾ ਉਦੋਂ ਉਹ ਕਰਨੇ ਆ ਅਸੀਂ ਦਾਨ ਮੱਥਾ ਟੇਕਣਾ ਸਵੇਰੇ ਉੱਠ ਕੇ ਤੇ ਉਹ ਕਰਨਾ ਹੈਗਾ ਬਜਾਏ ਕਿ ਹੁਣ ਉਦੋਂ ਦੇਖੋ ਘਰ ਦੀ ਤੁਸੀਂ ਸੋਚੋ ਕਿੰਨਾ ਘਰ 'ਚ ਸਕੂਨ ਹੈਗਾ ਉਸ ਵੇਲੇ এনवायरमेंट ਘਰ ਦੀ ਕਿੰਨੀ ਪੋਜ਼ਿਟਿਵ ਹੈਗੀ ਬਜਾਏ ਕਿ ਤੁਸੀਂ ਘਰਦਿਆਂ ਨੂੰ ਸਿਖਾ ਰਹੇ ਆ ਐਦਾਂ ਮੈਨੂੰ ਦੋ ਜੀ ਮੈਨੂੰ ਕੀ ਗਿਫਟ ਦੇ ਰਹੇ ਹੋ ਤੁਸੀਂ ਕਿੰਨੀ ਗਲਤ ਗੱਲ ਆ ਇੱਕ ਪਾਸੇ ਆਪਾਂ ਸਿਖਾ ਰਹੇ ਆ ਬੱਚਿਆਂ ਨੂੰ ਹਾਂ ਬਈ ਤੁਸੀਂ ਮੈਨੂੰ ਗਿਫਟ ਦਿਓ ਮੰਗਣਾ ਸਿਖਾ ਰਹੇ ਉਹਨਾਂ ਨੂੰ ਅਸੀਂ ਬਜਾਏ ਕਿ ਦੇਣ ਤੋਂ ਅਸੀਂ ਮੰਗਣਾ ਸਿਖਾ ਰਹੇ ਹਾਂ ਉਹ ਗਲਤ ਚੀਜ਼ ਹੈ ਗਲਤ ਕਰਮ ਹੈ ਉਹ ਬਿਲਕੁਲ ਬਿਲਕੁਲ ਸਹੀ ਕਹਿ ਤੁਸੀਂ ਦੇਵ ਜੀ ਥੈਂਕ ਯੂ ਸੋ ਮਚ ਤੁਹਾਡੇ ਟਾਈਮ ਲਈ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਵਿਊਅਰਸ ਨੂੰ ਕੁਝ ਹੋਰ ਕੋਈ ਆਪਣੀ ਕੋਈ ਹੋਰ ਸੁਜੈਸ਼ਨ ਜਾਂਦੇ ਜਾਂਦੇ ਕੁਝ ਦੇਣੀ ਚਾਹੋ ਤੇ ਨਹੀਂ ਮੇਰੇ ਤਾਂ ਆਹੀ ਸੁਜੈਸ਼ਨ ਹੈ ਕਿ ਕੋਸ਼ਿਸ਼ ਕਰੋ ਆਪਣੇ ਜਿਹੜੇ ਕੰਮ ਕਰਦੇ ਆ ਅਸੀਂ ਚੰਗੇ ਕੰਮ ਕਰੋ ਦਾਨ ਕਰੋ ਆਪਣਾ ਭਲਾ ਕਰੋ ਕਿਸੇ ਦਾ ਐਂਡ ਫੈਮਿਲੀ ਦੇ ਵਿੱਚ try to teach giving focus more on giving don't focus on taking ਉਹ ਗਲਤ ਜਿਹੜਾ ਮੰਗਣਾ ਹੈ ਨਾ ਉਹ ਬਹੁਤ ਗਲਤ ਚੀਜ਼ ਹੈ ਉਹ ਤੁਹਾਨੂੰ ਬਹੁਤ ਕਮਜ਼ੋਰ ਬਣਾ ਦਿੰਦਾ ਹੈਗਾ ਤੁਹਾਡੀ ਫੈਮਿਲੀ ਨੂੰ ਕਮਜ਼ੋਰ ਬਣਾ ਰਿਹਾ ਤੁਹਾਡੇ ਖਾਨਦਾਨ ਨੂੰ ਕਮਜ਼ੋਰ ਬਣਾ ਰਿਹਾ ਜਦ ਤੁਸੀਂ ਮੰਗਣ ਚ ਆ ਜਾਂਦੇ ਹੈਗੇ ਆਪਣੇ ਗ੍ਰੰਥ ਸਾਹਿਬ ਕਹਿੰਦੇ ਆ ਹੀ ਸੇ ਗੁਰੂ ਗ੍ਰੰਥ ਸਾਹਿਬ ਵੀ ਸੇਮ ਕਹਿੰਦੇ ਆ ਆਪਣੇ ਗੀਤਾ ਵੀ ਸੇਮ ਕਹਿੰਦੀ ਹੈ ਆਪਣੇ ਸਾਰੇ ਪਾਸੇ ਸੇਮ ਚੀਜ਼ਾਂ ਕਹਿੰਦੇ ਆ ਉਹਦਾ ਕਾਰਨ ਹੈ ਕਿਉਂਕਿ ਇਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਿਆ ਹੈਗਾ ਕਿ ਜਦ ਤੁਸੀਂ ਦੇਣਾ ਸਿਖਾਉਂਦੇ ਆ ਉਦੋਂ ਹੀ ਤੁਹਾਨੂੰ ਜ਼ਿਆਦਾ ਮਿਲਦਾ ਹੈਗਾ ਜਦ ਤੁਸੀਂ ਮੰਗਦੇ ਆ ਉਹਨੂੰ ਤੁਹਾਨੂੰ ਘੱਟ ਮਿਲਦਾ ਹੈ ਤੁਸੀਂ ਨੋਟ ਕਰੋਗੇ ਜਿਹੜੇ ਬੰਦੇ ਦਾਨੀ ਹੈ ਆਮ ਤੌਰ ਉਹਨਾਂ ਕੋਲ ਪੈਸਾ ਬਥੇਰਾ ਹੁੰਦਾ ਹੈਗਾ ਜਿਹੜੇ ਬੰਦੇ ਦਾਨੀ ਘੱਟ ਹੈ ਉਹਨਾਂ ਕੋਲ ਨਹੀਂ ਹੈ ਉਹਦਾ ਕਾਰਨ ਇਹ ਹੁੰਦਾ ਹੈਗਾ ਜੇ ਇਸ ਕਰਕੇ ਜਸਟ ਫੋਕਸ ਔਨ ਦੈਟ ਫੋਕਸ ਟੂ ਬਿਕਮ ਗਿਵਰ ਨਾਟ ਟੇਕਰ ਟਾਰਗੇਟ ਆਪਣੇ ਸੈੱਟ ਕਰੋ ਬਹੁਤ ਜ਼ਰੂਰੀ ਹੈ ਐਂਡ ਯੂ ਵਿਲ ਅਚੀਵ ਆਲ ਆਫ ਦੈਟ ਆਈ ਕੈਨ ਅਸ਼ੋਰ ਯੂ ਆਫ ਦੈਟ ਐਵਰੀਵਨ ਵਿਲ ਅਚੀਵ providing that is your goal not anybody else's goal. That's all I will say to you. Thank you. Thank you, Devji. Thank you so much for your time. And thank you very much. Thank you. Have a good day, you too. Okay, thank you. Thank you. Bye. So viewers, I hope ਕਿ ਤੁਹਾਨੂੰ ਸਾਡੀ ਇਹ ਅੱਜ ਦੀ ਡਿਸਕਸ਼ਨ ਜ਼ਰੂਰ ਪਸੰਦ ਆਈ ਹੋਏਗੀ ਜਿੱਦਾਂ ਕਿ ਦੇਵ ਜੀ ਨੇ ਸਾਨੂੰ ਦੱਸਿਆ ਕਿ ਜਿਹੜੇ ਸਾਡੇ ਗੋਲ ਹੁੰਦੇ ਨੇ ਉਹਨਾਂ ਨੂੰ ਬਣਾਉਣਾ ਜਿੰਨਾ ਇੰਪੋਰਟੈਂਟ ਹੈ ਓਨਾ ਹੀ ਉਹਨਾਂ ਨੂੰ ਅਚੀਵ ਕਰਨ ਵਾਸਤੇ ਉਹਨਾਂ ਦੇ ਪਿੱਛੇ ਕੰਮ ਕਰਨਾ ਸੱਚੀ ਲਗਨ ਦੇ ਨਾਲ ਚੰਗੀ ਨੀਤ ਦੇ ਨਾਲ ਅਤੇ ਚੰਗੇ ਕਰਮ ਦੇ ਨਾਲ ਉਹਨਾਂ ਦੇ ਪਿੱਛੇ ਲੱਗਣਾ ਵੀ ਓਨਾ ਹੀ ਜ਼ਰੂਰੀ ਹੈ ਅਤੇ ਨਾਲੇ ਇਹ ਵੀ ਦੱਸਿਆ ਕਿ ਕਿੱਦਾਂ ਛੋਟੇ ਛੋਟੇ ਗੋਲ ਨੇ ਜਿਹੜੇ ਉਹਨਾਂ ਨੂੰ ਆਪਾਂ ਜੇ ਉਹਨਾਂ ਨੂੰ ਅਚੀਵ ਕਰਦੇ ਹਾਂ ਤਾਂ ਆਟੋਮੈਟਿਕਲੀ ਜਿਹੜਾ ਸਾਡਾ ਲੌਂਗ ਟਰਮ ਗੋਲ ਆ ਉਹ ਕਿੱਦਾਂ ਅਚੀਵ ਹੋ ਜਾਂਦਾ ਆ ਸੋ ਆਈ ਹੋਪ ਤੁਹਾਨੂੰ ਸਾਡੀ ਅੱਜ ਦੀ ਇਹ ਡਿਸਕਸ਼ਨ ਜ਼ਰੂਰ ਪਸੰਦ ਆਈ ਹੋਏਗੀ ਜੇ ਇਸ ਦੇ ਰਿਗਾਰਡਿੰਗ ਤੁਹਾਡੇ ਕੋਈ ਵੀ ਵਿਊਜ਼ ਨੇ ਜਾਂ ਰਿਵਿਊਜ਼ ਨੇ ਯੂ ਕੈਨ ਕਾਲ ਮੀ 6477807722 ਐਂਡ ਤੁਸੀਂ ਬੌਬ ਦਸਾਂਝ ਜੀ ਨੂੰ ਵੀ ਕਾਲ ਕਰ ਸਕਦੇ ਹੋ 4164197777 ਅਤੇ ਜੇ ਤੁਸੀਂ ਸਾਡੇ ਸਾਂਝਾ ਚੈਨਲ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਐਜ਼ ਅ ਗੈਸਟ ਜਾਂ ਐਜ਼ ਅ ਸਪੋਂਸਰ ਜੁੜਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਜਾਂ ਬੌਬ ਦਸਾਂਝ ਜੀ ਨੂੰ ਕਾਲ ਕਰ ਸਕਦੇ ਹੋ ਸੋ ਤੁਸੀਂ ਜੁੜੇ ਰਹੋ ਜੀ ਸਾਂਝਾ ਪੰਜਾਬ ਦੇ ਨਾਲ ਇਸੇ ਤਰ੍ਹਾਂ ਮੈਨੂੰ ਇਜਾਜ਼ਤ ਦਿਓ ਅਸੀਂ ਇੱਕ ਨਵੀਂ ਚਰਚਾ ਦੇ ਨਾਲ ਅਗਲੇ ਹਫਤੇ ਤੁਹਾਡੇ ਨਾਲ ਫਿਰ ਮਿਲਾਂਗੇ ਤਦ ਤੱਕ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਰੱਖੋ ਖੂਬ ਸਾਰਾ ਧਿਆਨ ਸਤਿ ਸ਼੍ਰੀ ਅਕਾਲ